ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਵਿੱਚੋਂ ਸ਼ਿਵ ਜੀ ਦੇ ਉਪ ਅਵਤਾਰਾਂ ਦੀ ਕਥਾ ਜਿਹੜੀ ਆ ਸਰਵਣ ਕਰਾਂਗੇ, ਕਿਉਂਕਿ ਪਿੱਛੇ ਅਸੀਂ ਸ਼ਿਵ ਜੀ ਦੇ ਅਵਤਾਰਾਂ ਦੀ ਕਥਾ ਸਰਵਣ ਕੀਤੀ ਆ, ਜਿੱਥੇ ਨਾਲ ਨਾਲ 24 ਅਵਤਾਰਾਂ ਦੀ ਮਹਾਰਾਜ ਨੇ ਕਥਾ ਕਹੀ ਆ। ਤੇ ਗੁਰੂ ਸਾਹਿਬ ਜੀ ਨੇ ਅਵਤਾਰਾਂ ਦੇ ਅੱਗੇ ਉਪ ਅਵਤਾਰ ਵੀ ਹੁੰਦੇ ਆ, ਜਿਵੇਂ ਕਿ ਬ੍ਰਹਮਾ ਜੀ ਦੇ ਉਪ ਅਵਤਾਰ ਹੋਏ ਆ ਵਾਲਮੀਕ ਜੀ। ਤੇ ਅੱਜ ਅਸੀਂ ਸ਼ਿਵ ਜੀ ਦੇ ਕਿਹੜੇ ਕਿਹੜੇ ਉਪ ਅਵਤਾਰ ਹੋਏ ਨੇ ਉਹਦੀ ਕਥਾ ਸਾਰੀ ਆਪਾਂ ਸਰਵਣ ਕਰਾਂਗੇ। 10ਵੇਂ ਪਾਤਸ਼ਾਹ ਜੀ ਨੇ ਇਹ ਅਵਤਾਰਾਂ ਦੀ ਕਥਾ ਇੱਕ ਤਾਂ ਜੰਗਾਂ ਦੇ ਪ੍ਰਸੰਗ, ਸਿੰਘਾਂ ਵਿੱਚ ਜੋਸ਼ ਭਰਨ ਵਾਸਤੇ ਸੁਣਾਈ ਸੀ, ਦੂਜਾ ਸਾਨੂੰ ਗਿਆਨ ਹੋਵੇ। ਇਹਦੇ ਪਿੱਛੇ ਦੋ ਮਨੋਰਥ ਆ। ਕੁਝ ਲੋਕ ਇਹਨਾਂ ਨੂੰ ਮੰਨਦੇ ਨਹੀਂ ਹੈਗੇ, ਉਹ ਅਸਲ ਦੇ ਵਿੱਚ ਉਹ ਲੋਕ ਆ ਜਿਹੜੇ ਇਹਨੂੰ ਪੜ੍ਹਦੇ ਹੀ ਨਹੀਂ ਕਦੇ, ਦਸਮ ਗ੍ਰੰਥ ਨੂੰ ਬਿਨਾਂ ਸੋਚੇ ਸਮਝੇ ਇਹਦੇ ਤੇ ਟੀਕਾ ਟਿੱਪਣੀ ਕਰੀ ਜਾਂਦੇ ਆ। ਆਓ ਜੀ ਆਪਾਂ ਹੁਣ ਸ਼ਿਵ ਜੀ ਦੇ ਉਪ ਅਵਤਾਰ ਦੀ ਕਥਾ ਸਰਵਣ ਕਰਦੇ ਹਾਂ। ਬਹੁਤ ਸੋਹਣੇ ਛੰਦ ਮਹਾਰਾਜ ਨੇ ਬਣਾਏ ਆ। ਤੋਮਰ ਛੰਦ ਅਵ ਕਹੋ ਤੌਣ ਸਧਾਰ, ਕਿ ਧਰੇ ਰੁਦਰ ਅਵਤਾਰ। ਮਹਾਰਾਜ ਜੀ ਕਹਿੰਦੇ ਜਿੰਨੇ ਵੀ ਸ਼ਿਵ ਜੀ ਨੇ ਅਵਤਾਰ ਧਾਰਨ ਕੀਤੇ ਹਨ ਉਹਨਾਂ ਦੀ ਕਥਾ ਮੈਂ ਸੁਧਾਰ ਕੇ ਕਹਿੰਦਾ ਹਾਂ। ਸ਼ਿਵ ਜੀ ਨੇ ਬਹੁਤ ਯੋਗ ਸਾਧਨਾ ਕੀਤੀ ਆ, ਬਹੁਤ, ਕਿਉਂਕਿ ਦੇਖੋ ਭਾਈ, ਆਪਣਾ ਮਨ ਟਿਕਦਾ ਨਹੀਂ, ਇੱਕ ਜਗ੍ਹਾ ਟਿਕ ਕੇ ਬੈਠ ਜਾਣਾ, ਮਨ ਨੂੰ ਇਕਾਗਰ ਕਰਨਾ। ਸ਼ਿਵ ਜੀ ਨੇ ਬੜੀ ਤਪੱਸਿਆ ਕੀਤੀ ਆ। ਇਹਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਕਹਿੰਦੇ ਆ, ਗੁਣ ਗਾਵੇ ਮਹਾਦੇਵ ਵੈਰਾਗੀ, ਜਿਨ ਧਿਆਨ ਨਿਰੰਤਰ ਜਾਣਿਓ। ਤਾਂ ਹਰ ਦੇਵਤੇ ਕੋਲ ਆਪਣੀ ਆਪਣੀ ਕਲਾ ਹੁੰਦੀ ਆ, ਆਪਣੇ ਆਪਣੇ ਗੁਣ ਹੁੰਦੇ ਆ। ਤੇ ਪਰ ਮਹਾਰਾਜ ਜੀ ਕਹਿੰਦੇ ਬਾਣੀ ਵਿੱਚ, ਗੁਰੂ ਗ੍ਰੰਥ ਸਾਹਿਬ ਜੀ ਵਿੱਚ ਤੁਸੀਂ ਪੜ੍ਹ ਲਿਓ, ਬ੍ਰਹਮਾ ਵਿਸ਼ਨ ਮਹਾਦੇਵ ਤ੍ਰੈ ਗੁਣ ਰੋਗੀ, ਵਿੱਚ ਹਉਮੈ ਕਾਰ ਕਮਾਈ। ਕਈ ਵਾਰੀ ਦੇਵਤਿਆਂ ਨੂੰ ਵੀ ਹੰਕਾਰ ਹੋ ਜਾਂਦਾ, ਪਰ ਉਹ ਆਪਣੇ ਆਪ ਨੂੰ ਬਖਸ਼ਾ ਲੈਂਦੇ ਆ। ਇਸ ਤਰ੍ਹਾਂ ਜਦੋਂ ਸ਼ਿਵ ਜੀ ਨੇ 10ਵੇਂ ਪਾਤਸ਼ਾਹ ਜੀ ਕਹਿੰਦੇ ਨੇ ਵੀ ਬਹੁਤ ਯੋਗ ਸਾਧਨਾ ਕੀਤੀ, ਉਹਨਾਂ ਨੂੰ ਮਾਣ ਹੋ ਗਿਆ ਸੀਗਾ। ਸਰ ਆਪ ਜਾਨ ਨਾ ਔਰ, ਸਭ ਦੇਸ਼ ਮੈਂ ਸਭ ਠੌਰ। ਕਹਿੰਦੇ ਮੇਰੇ ਵਰਗਾ ਕੋਈ ਨਹੀਂ। ਸ਼ਿਵ ਜੀ ਨੇ ਆਖਿਆ ਵੀ ਮੇਰੇ ਵਰਗਾ ਕੋਈ ਧਿਆਨ ਨਹੀਂ ਕਰ ਸਕਦਾ, ਮੇਰੇ ਵਰਗੀ ਕੋਈ ਸਾਧਨਾ ਨਹੀਂ ਕਰ ਸਕਦਾ। ਫਿਰ ਉਦੋਂ ਅਕਾਲ ਪੁਰਖ ਜੀ ਨੇ ਆਪਣੀ ਕਲਾ ਵਰਤਾਈ ਆ। ਜੇ ਗਰਭ ਲੋਕ ਕਰੰਤ, ਤੇ ਜਾਨ ਕੂਪ ਪਰੰਤ। ਜਿਹੜੇ ਲੋਕ ਹੰਕਾਰ ਕਰਦੇ ਆ ਉਹ ਜਾਣ ਬੁੱਝ ਕੇ ਖੂਹ ਦੇ ਵਿੱਚ ਡਿੱਗਣ ਵਾਲਾ ਕੰਮ ਕਰਦੇ ਆ। ਇਸ ਕਰਕੇ ਪ੍ਰਮਾਤਮਾ ਨਹੀਂ ਚਾਹੁੰਦਾ ਹੁੰਦਾ ਕੋਈ ਵੀ ਦੇਵਤਾ, ਕੋਈ ਵੀ ਇਨਸਾਨ ਹੰਕਾਰ ਕਰੇ, ਕਿਉਂਕਿ ਜਦੋਂ ਆਪਾਂ ਹੰਕਾਰ ਕਰਦੇ ਹਾਂ ਗੁਰਮੁਖ ਪਿਆਰਿਓ, ਤੇ ਉਦੋਂ ਆਪਣੀ ਰੱਬ ਨਾਲੋਂ ਦੂਰੀ ਪੈ ਜਾਂਦੀ ਆ। ਆਪਾਂ ਉਦੋਂ ਕੁੜਿਆਰ ਬਣ ਜਾਂਦੇ ਆ। ਵਾਹਿਗੁਰੂ ਸਚਿਆਰ ਆ, ਉਹਦੇ ਨਾਲ ਮੇਲੇ ਨਹੀਂ ਹੋ ਸਕਦੇ। ਬ੍ਰਹਮਾ ਨੇ ਜਦੋਂ ਹੰਕਾਰ ਕੀਤਾ ਸੀਗਾ ਤਾਂ ਉਹਨੇ ਵੀ ਵਾਰ-ਵਾਰ ਜਨਮ ਲੈਣਾ ਪਿਆ। 7 ਵਾਰੀ ਉਹਨੇ ਜਨਮ ਲਿਆ ਤੇ ਉਹਦਾ ਉਧਾਰ ਹੋ ਗਿਆ। ਇਸ ਕਰਕੇ ਜਦੋਂ ਜਿਹਨੂੰ ਵੀ ਹੰਕਾਰ ਹੁੰਦਾ ਉਹਨੂੰ ਸਿੱਖਿਆ ਵਾਹਿਗੁਰੂ ਪਰਮੇਸ਼ਰ ਵੱਲੋਂ ਦਿੱਤੀ ਜਾਂਦੀ ਆ। ਇਹੀ ਮਹਾਰਾਜ ਜੀ ਇਹਦੇ ਵਿੱਚ ਕਹਿ ਰਹੇ ਆ, ਕਥਾ ਦੇ ਵਿੱਚ ਗੌਰ ਦੇ ਨਾਲ ਸੁਣਿਓ ਜੀ। ਜਿਵੇਂ ਬ੍ਰਹਮਾ ਨੂੰ ਅਵਤਾਰ ਧਾਰਨ ਕਰਨੇ ਪਏ ਆ, ਇਸੇ ਤਰ੍ਹਾਂ ਇਹ ਜਿਹੜੇ ਰੁਦਰ ਅਵਤਾਰ ਹੋਏ ਆ, ਨਹੀਂ ਐਸ ਹੋਏ ਉਧਾਰ, ਸੁਣ ਲਿਹੋ ਰੁਦਰ ਵਿਚਾਰ। ਪਰਮਾਤਮਾ ਨੇ ਕਿਹਾ, ਮੁਨੀ ਰਾਜ ਜੀ ਤੁਸੀਂ ਵੀ ਧਰਤੀ ਤੇ ਜਾ ਕੇ ਜਨਮ ਧਾਰਨ ਕਰੋ, ਹੋਰ ਕਿਸੇ ਤਰੀਕੇ ਨਾਲ ਉਧਾਰ ਨਹੀਂ ਹੋਣਾ। ਸ਼ਿਵ ਜੀ ਨੇ ਕਿਹਾ ਮੈਨੂੰ ਮਾਣ ਹੋ ਗਿਆ ਸੀ ਜਿਹੜੀ ਗੱਲ ਦਾ, ਵਾਹਿਗੁਰੂ ਪਰਮੇਸ਼ਰ ਜੀ ਮੈਨੂੰ ਬਖਸ਼ ਲਵੋ। ਪਰਮਾਤਮਾ ਨੇ ਕਿਹਾ ਤੁਸੀਂ ਬਖਸ਼ੇ ਜਾਓਗੇ, ਪਰ ਕਰਮ ਕਰਨਾ ਪਊਗਾ, ਤੇ ਤੁਹਾਨੂੰ ਹੁਣ ਇੱਕ ਜਨਮ ਲੈਣਾ ਪਵੇਗਾ ਧਰਤੀ ਤੇ। ਉਹ ਕਿਹੜਾ ਜਨਮ ਸੀ? ਫਿਰ ਸ਼ਿਵ ਜੀ ਨੇ ਮਹਾਕਾਲ ਜੀ ਦੇ ਬਚਨ ਸੁਣੇ। ਮਹਾਰਾਜ ਕਹਿੰਦੇ ਮਹਾਕਾਲ ਕੌਣ ਆ? ਜਿਹੜੇ ਮੌਤ ਨੂੰ ਬਣਾਉਣ ਵਾਲੇ ਆ। ਸੁਣ ਸ਼ਰਵਣ ਇਹ ਸ਼ਿਵ ਬੈਨ, ਹਟ ਛਾੜ ਸੁੰਦਰ ਨੈਣ। ਸ਼ਿਵ ਜੀ ਨੇ ਰੱਬ ਅੱਗੇ ਹੱਥ ਜੋੜੇ ਆ ਤੇ ਆਪਣੇ ਹੱਥ ਨੂੰ ਛੱਡ ਦਿੱਤਾ, ਪਰਮਾਤਮਾ ਨੂੰ ਮੰਨਿਆ ਵੀ ਹੰਕਾਰ ਤੋੜਨ ਵਾਲਾ ਵਾਹਿਗੁਰੂ ਆ, ਤੇ ਧਰਤੀ ਤੇ ਆ ਕੇ ਅਵਤਾਰ ਲਿਆ। ਜਿਵੇਂ ਮਹਾਰਾਜ ਜੀ ਕਹਿੰਦੇ, ਜਿਮ ਕਥੇ ਸਰਬ ਰਾਜਾਨ ਰਾਜ। ਜਿਵੇਂ ਮੈਂ ਬ੍ਰਹਮਾ ਦੇਵਤੇ ਦੀ ਕਥਾ ਕਹੀ ਆ, ਉਹਨੇ ਅਵਤਾਰ ਧਾਰਨ ਕੀਤਾ, ਇਸ ਤਰ੍ਹਾਂ ਸ਼ਿਵ ਜੀ ਨੇ ਵੀ ਬ੍ਰਾਹਮਣ ਨੂੰ ਅਵਤਾਰਨ ਕੀਤਾ ਸੀਗਾ, ਰੂਪ ਉਹੋ ਜਿਹਾ ਬਣਾ ਲਿਆ। ਰਿਖ ਪੁੱਤਰ ਇਸ ਭੈ ਰੁਦਰ ਦੇਵ, ਮੋਨ ਮਹਾਨ ਮਾਨੀ ਅਭੇ। ਸ਼ਿਵ ਜੀ ਜਿਹੜੇ ਸੀਗੇ ਮਹਾਰਾਜ ਰਿਖੀ ਪੁੱਤਰ ਬਣ ਗਿਆ। ਸ਼ਿਵ ਜੀ ਭਗਵਾਨ ਜੀ, ਕਿਉਂਕਿ ਹਿੰਦੂ ਵੀਰ ਜਿਹੜੇ ਆ ਇਹਨਾਂ ਨੂੰ ਭਗਵਾਨ ਜੀ ਵੀ ਕਹਿ ਕੇ ਸੰਬੋਧਨ ਕਰਦੇ ਆ। ਫਿਰ ਉਦੋਂ
ਇਹਨਾਂ ਨੇ ਆਖਿਆ ਵੀ ਤੁਹਾਨੂੰ ਜਾਣਾ ਪੈਣਾ, ਅਕਾਲ ਪੁਰਖ ਨੇ ਕਿਹਾ। ਫਿਰ ਇਹਨਾਂ ਨੇ ਰਿਖੀ ਪੁੱਤਰ ਬਣ ਕੇ ਧਰਤੀ ਤੇ ਆਉਣਾ ਕੀਤਾ। ਪਹਿਲਾਂ 18 ਵਿੱਦਿਆ ਸਿੱਖੀਆਂ, ਨਿਪੁੰਨ ਰਿਖੀ ਮਹਾਨ ਮੁਨੀ ਹੋ ਗਏ, ਕਿਉਂਕਿ ਦੇਵਤੇ ਸੀਗੇ ਨਾ। ਪਿਛਲਾ ਜਨਮ ਬਹੁਤ ਤਪੀਸ਼ਵਰ ਦਾ ਸੀਗਾ। ਪੁਨ ਭਏ ਅਤਰ ਰਿਖ ਮੁਨ ਮਹਾਨ, ਦਸ ਚਾਰ ਚਾਰ ਵਿੱਦਿਆ ਨਿਧਾਨ। ਸਾਨੂੰ ਹੁਣ ਐਵੇਂ ਹੁੰਦਾ ਵੀ ਆਪਾਂ ਗੁਟਕਾ ਸਾਹਿਬ ਲੈ ਕੇ ਪਾਠ ਕਰਨ ਲੱਗਦੇ ਹਾਂ, ਸਾਡਾ ਮਨ ਹੀ ਨਹੀਂ ਟਿਕਦਾ। ਤਾਂ ਜਿਹਨੇ ਭਾਈ ਐਡੀ ਲੰਮੀ ਤਪੱਸਿਆ ਕੀਤੀ ਹੋਵੇ ਉਹਦਾ ਮਨ ਕਿੰਨਾ ਇਕਾਗਰ ਹੋਵੇਗਾ। ਹੁਣ ਮਹਾਰਾਜ ਜੀ ਦੱਸਦੇ ਆ ਵੀ ਸ਼ਿਵ ਜੀ ਇੱਕ ਰਿਖੀ ਪੁੱਤਰ ਕਿਵੇਂ ਬਣ ਗਏ ਸੀਗੇ, ਕਿਸ ਤਰ੍ਹਾਂ ਉਹ ਰਿਖੀ ਪੁੱਤਰ ਬਣੇ। ਕੀ ਇੱਕ ਵਿਧੀ ਬਣਦੀ ਹੁੰਦੀ ਆ, ਕੋਈ ਵੀ ਚੀਜ਼ ਐਵੇਂ ਨਹੀਂ ਹੁੰਦੀ। ਪਹਿਲਾਂ ਪੁਰਾਣੇ ਜ਼ਮਾਨੇ ਦੇ ਵਿੱਚ 18 ਵਿੱਦਿਆ ਪੜ੍ਹੇ ਹੋਏ ਨਿਪੁੰਨ ਰਿਖੀ ਸੀਗੇ, ਮਹਾਨ ਮੁਨੀ ਜੀ ਸੀਗੇ। ਉਹਨਾਂ ਨੇ ਸਾਰੀਆਂ ਚੀਜ਼ਾਂ ਛੱਡੀਆਂ, ਰਾਜ ਭਾਗ ਛੱਡ ਕੇ ਜੋਗ ਮਤ ਧਾਰਨ ਕੀਤਾ ਤੇ ਸ਼ਿਵ ਜੀ ਦੀ ਤਪੱਸਿਆ ਕੀਤੀ ਹੈ। ਬਹੁਤ ਦਿਨਾਂ ਤੱਕ ਤਪੱਸਿਆ ਕੀਤੀ। ਬੁਰ ਮਾਂਗ ਪੁੱਤਰ ਜੋ ਰਚੈ ਤੋਹੇ, ਵਰਦਾਨ ਤੌਨ ਮੈਂ ਦੇਹੋ ਤੋਹੇ। ਸ਼ਿਵ ਜੀ ਨੇ ਪ੍ਰਸੰਨ ਹੋ ਕੇ ਕਿਹਾ, ਮੰਗੋ ਜੋ ਮੰਗਦੇ ਹੋ। ਪੁੱਤਰ ਜੀ, ਜੋ ਤੁਹਾਨੂੰ ਚੰਗਾ ਲੱਗਦਾ ਮੈਥੋਂ ਵਰ ਮੰਗ ਲਓ। ਉਹ ਮੁਨੀ ਜੀ ਹੱਥ ਜੋੜ ਕੇ ਕਹਿਣ ਲੱਗੇ ਸ਼ਿਵ ਜੀ ਨੂੰ, ਮੈਂ ਬਹੁਤ ਤੁਹਾਨੂੰ ਚੇਤੇ ਕਰਦਾ ਜੀ, ਅੱਜ ਮੈਂ ਗਦ-ਗਦ ਹੋ ਗਿਆ। ਗਦ-ਗਦ ਸੋ ਭੈਣ ਭਵਕੰਤ ਨੈਣ, ਰੋਮਾਨ ਹਰ ਕੁਚਰੇ ਸੋ ਬੈਣ। ਅੱਖਾਂ 'ਚ ਨਾ ਹੰਝੂ ਆ ਗਏ ਪ੍ਰੇਮ ਦੇ, ਖੁਸ਼ੀ ਵਿੱਚ ਰੌਂਗਟੇ ਖੜੇ ਹੋ ਗਏ। ਕਹਿਣ ਲੱਗੇ ਮਹਾਰਾਜ ਜੀ, ਸ਼ਿਵ ਜੀ ਮਹਾਰਾਜ ਜੀ, ਜੇ ਤੁਸੀਂ ਮੈਨੂੰ ਕੁਝ ਦੇਣਾ ਚਾਹੁੰਦੇ ਹੋ ਨਾ, ਤੁਸੀਂ ਮੈਨੂੰ ਆਪਣੇ ਵਰਗਾ ਪੁੱਤਰ ਹੀ ਦੇ ਦਿਓ। ਕਹਿ ਤਥਾ ਸੋ ਭਏ ਅੰਤਰ ਧਿਆਨ, ਗ੍ਰਹਿ ਗਇਓ ਅਤਰ ਮੁਨ ਮਨ ਮਹਾਨ। ਸ਼ਿਵ ਜੀ ਨੇ ਕਿਹਾ ਵਾਕਈ ਇਦਾਂ ਹੀ ਹੋਵੇਗਾ ਮੁਨੀ ਜੀ, ਤੇ ਕਹਿ ਕੇ ਅੰਤਰ ਧਿਆਨ ਹੋ ਗਏ ਤੇ ਵਾਪਸ ਆਪਣੇ ਘਰ ਨੂੰ ਆ ਗਏ ਆ। ਮੁਨੀ ਜੀ ਨੇ ਆ ਕੇ ਅਨਸੂਆ ਦੇ ਨਾਲ, ਇੱਕ ਬੀਬੀ ਹੋਈ ਅਨਸੂਆ ਨਾਮ ਦੀ ਇਸਤਰੀ, ਉਹਦੇ ਨਾਲ ਵਿਆਹ ਕੀਤਾ। ਅਨਸੂਆ ਨੂੰ ਸ਼ਿਵ ਜੀ, ਬ੍ਰਹਮਾ ਤੇ ਵਿਸ਼ਨੂੰ ਜੀ ਨੇ ਆਪਣੇ ਤੇਜ ਨਾਲ ਹੀ ਬਣਾਇਆ ਸੀਗਾ। ਮੰਨਿਆ ਜਾਂਦਾ ਇਹ ਕਥਾ, ਇਹਦੀ ਅਲੱਗ ਕਥਾ ਆ ਜਾਏਗੀ ਹੋਰ, ਕਿ ਅਨਸੂਆ ਕਿਸ ਤਰ੍ਹਾਂ ਬਣੀ, ਕਿਸ ਤਰ੍ਹਾਂ ਪੈਦਾ ਹੋਈ ਆ। ਕਿਉਂਕਿ ਅਨਸੂਆ ਨੇ ਬਹੁਤ ਭਾਰੀ ਤਪੱਸਿਆ ਕੀਤੀ ਸੀ ਤੇ ਗੁਣਾਂ ਦੀ ਭੰਡਾਰ ਹੋ ਗਈ ਸੀ। ਹੁਣ ਜਿਹਨੇ ਭਾਈ ਸ਼ਿਵ ਜੀ ਵਰਗੇ ਦੇਵਤੇ ਨੂੰ ਪੁੱਤਰ ਦੇ ਰੂਪ ਵਿੱਚ ਜਨਮ ਦੇਣਾ ਹੋਵੇ, ਉਹਦੀ ਤਾਂ ਫਿਰ ਬੰਦਗੀ ਬਹੁਤ ਚਾਹੀਦੀ ਆ ਨਾ। ਇਸ ਤਰ੍ਹਾਂ ਤਾਂ ਇਹ ਜਿਹੜੀ ਅਨਸੂਆ ਇਸਤਰੀ ਆ, ਇਹਦੇ ਵਿੱਚ ਮਹਾਨ ਕੋਸ਼ ਵਿੱਚ ਵੀ ਲਿਖਿਆ ਇਹਦੇ ਬਾਰੇ ਵੀ, ਇਹਦੇ ਵਿੱਚ ਬਹੁਤ ਆਤਮਿਕ ਸ਼ਕਤੀਆਂ ਸੀਗੀਆਂ। ਵੀ ਐਵੇਂ ਨਹੀਂ ਇਹਨੇ ਕਿਸੇ ਅਵਤਾਰ ਨੂੰ ਪੈਦਾ ਕਰ ਦਿੱਤਾ, ਪ੍ਰਗਟ ਕਰ ਦਿੱਤਾ, ਤਾਂ ਇਹਦੀ ਆਪਣੀ ਵੀ ਬੰਦਗੀ ਬਹੁਤ ਸੀਗੀ। ਤਾਂ ਉਹ ਰਿਖੀ ਜੀ ਨੇ ਫਿਰ ਅਨਸੂਆ ਦੇ ਨਾਲ, ਇਹ ਇਸਤਰੀ ਦੇ ਨਾਲ ਵਿਆਹ ਕਰਵਾ ਲਿਆ, ਸ਼ਾਦੀ ਕਰਵਾ ਲਈ। ਕੀਨ ਪ੍ਰਤਗ ਤੇ ਸਮੈ ਨਾਰ, ਵਿਆਹੇ ਨਾ ਭੋਗ ਭੋਗੈ ਪਤਾਰ। ਉਸੇ ਵੇਲੇ ਉਹ ਇਸਤਰੀ ਨੇ, ਅਨਸੂਆ ਨੇ ਪ੍ਰਤਿੱਗਿਆ ਕੀਤੀ, ਸ਼ਾਦੀ ਮੈਂ ਕਰਾਂਗੀ ਪਰ ਭੋਗ ਨਹੀਂ ਭੋਗਾਂਗੀ। ਭਾਵ ਕਿ ਮੈਂ ਕਿਸੇ ਤਰ੍ਹਾਂ ਦਾ ਵੀ ਸਰੀਰਕ ਸੰਬੰਧ ਨਹੀਂ ਬਣਾਵਾਂਗੀ। ਉਹਨੇ ਇਸ ਤਰ੍ਹਾਂ ਦੀ ਗੱਲ ਕਹਿ ਦਿੱਤੀ ਆ। ਤੇ ਰਿਖੀ ਜੀ ਨੇ ਫਿਰ ਉਹਦੇ ਬਚਨ ਮੰਨ ਲਏ। ਰਿਖੀ ਜੀ ਨੇ ਆਖਿਆ ਇਹ ਨਾਮ ਜਪਣ ਵਾਲੀ ਰੂਹ ਆ, ਤੇ ਫਿਰ ਉਹਨਾਂ ਨੂੰ ਘਰੇ ਲੈ ਆਏ ਆਪਣੇ। ਫਿਰ ਕਿਵੇਂ ਮੁਨੀ ਦੱਤਾਤਰੇय ਦੇ ਪਿਤਾ ਜੀ ਬਣੇ ਆ, ਦੱਤਾਤਰੇय ਜੀ ਸ਼ਿਵ ਜੀ ਦੇ ਅਵਤਾਰ ਹੋਏ ਆ, ਕਿਵੇਂ ਬਣੇ ਫਿਰ ਉਹ ਸਾਰੀ ਕਥਾ ਮਹਾਰਾਜ ਅੱਗੇ ਕਹਿੰਦੇ ਆ। ਬਹੁ ਬਰਖ ਬੀਤ ਕਿੰਨੋ ਵਿਵਾਹੇ, ਵਿਆਹ ਹੋਏ ਨੂੰ ਮੁਨੀ ਜੀ ਤੇ ਅਨਸੂਆ ਦੇ ਕਈ ਸਾਲ ਗੁਜ਼ਰ ਗਏ। ਘਰ ਵਿੱਚ ਖੁਸ਼ੀਆਂ ਆਈਆਂ, ਦੇਵਤੇ ਆਉਂਦੇ, ਅਨਸੂਆ ਜਿਹੜੀ ਆ ਉਹਨਾਂ ਦੀ ਸੇਵਾ ਕਰਦੀ। ਦੇਵਤੇ ਕਦੇ ਸਾਧੂ ਦਾ ਰੂਪ ਬਣ ਕੇ ਆ ਜਾਂਦੇ, ਉਹਨਾਂ ਦੀ ਸੇਵਾ ਕਰਦੀ। ਰਿਖੀ ਜੀ ਉਹਦੇ ਤੇ ਬਹੁਤ ਪ੍ਰਸੰਨ ਹੋ ਗਏ। ਸਾਰੇ ਦੇਵਤਿਆਂ ਨੇ ਆਖਿਆ ਇਹ ਬੀਬੀ ਦੀ ਨਾਮ ਦੀ ਕਮਾਈ ਬਹੁਤ ਆ, ਸੇਵਾ ਬਹੁਤ ਆ। ਬ੍ਰਹਮਾ ਜੀ ਨੇ ਬਚਨ ਕੀਤੇ ਤੂੰ ਪੁੱਤਰ ਪਾਵੇਂਗੀ। ਦੇਵਤਿਆਂ ਨੇ ਇਸ ਤਰ੍ਹਾਂ ਦੇ ਬਚਨ ਕਹਿ ਦਿੱਤੇ, ਤੂੰ ਨਾਮ ਸਿਮਰਨ ਭਜਨ ਬੰਦਗੀ ਵਾਲੀ ਸੰਤ ਔਰਤ ਆ, ਤੂੰ ਪੁੱਤਰ ਦੀ ਪਦਵੀ ਪਾਵੇਂਗੀ। ਫਿਰ ਉਹ ਅੱਖਾਂ ਦੇ ਵਿੱਚੋਂ ਹੰਝੂ ਆ ਜਾਣੇ ਅਨਸੂਆ ਦੇ। ਤਬ ਬਾਲ ਬਿਕਲ ਸਰੀਰ, ਚਲ ਸਰਬਤ ਨੈਣ ਅਧੀਰ। ਤੇ ਉਹਦਾ ਸਰੀਰ ਜਿਹੜਾ ਸੀ ਦੁਖੀ ਹੋ ਗਿਆ, ਅੱਖਾਂ 'ਚੋਂ ਪਾਣੀ ਵਗਦਾ ਸੀ। ਸੋਚਦੀ ਸੀ ਕਿ ਮੈਂ ਕਿਸ ਤਰ੍ਹਾਂ ਮਾਂ ਬਣਾਂਗੀ, ਕਿਵੇਂ ਮਾਂ ਬਣਾਂਗੀ। ਲੂ ਕੰਡੇ ਖੜੇ ਹੋ ਜਾਂਦੇ, ਧੀਰਜ ਨਹੀਂ ਸੀ ਧਰਦਾ, ਕਿਉਂਕਿ ਕੋਈ ਵੀ ਇਸਤਰੀ ਆਪਣੇ ਆਪ ਨੂੰ ਉਦੋਂ ਤੱਕ ਸੰਪੂਰਨ ਨਹੀਂ ਮੰਨਦੀ ਜਦੋਂ ਤੱਕ ਉਹ ਮਾਂ ਨਹੀਂ ਬਣ ਜਾਂਦੀ। ਮਹਾਰਾਜ ਅੱਗੇ ਕਹਿੰਦੇ ਆ, ਮੋਹਨ ਛੰਦ ਚਲ ਚਾਲ ਚਿੱਤ ਪਰਮੰ ਪਵਿੱਤ, ਅਤ ਕੋਪਵੰਤ ਮਨ ਤ੍ਰੈ ਬੇਅੰਤ। ਉਹਦਾ ਚਿੱਤ ਡੋਲਦਾ ਸੀ ਪਿੱਪਲ ਦੇ ਪੱਤਿਆਂ ਵਾਂਗੂ, ਬਹੁਤ ਡੋਲਦਾ ਸੀਗਾ।
बहुत ज़्यादा। एक वारी की होया, अपने वालों नूं खोल लिया, पुट्टण लग गई आ भी मैं मां नहीं बन सकती, क्योंकि उन्होंने पता लग गया भी मैं कह बैठी हाँ पर पुੱਤਰ ਨੂੰ जन्म दे के, ਧੀ ਨੂੰ जन्म दे के असल ਵਿੱਚ औरत पूरी ਹੁੰਦੀ ਆ। मुनि जी ने ਉਹਨੂੰ हटाया, इधरों देवते भी आए आ, पर ਉਹ गुस्से 'ਚ आ गई उस दिन। ਤੇ मुनि ਦੀ ਇਸਤਰੀ ਸੀ ਜਿਹੜੀ ਨਾ, ਉਹਨੇ ਆਪਣੇ ਸਿਰ ਦੀ ਇੱਕ ਜਟਾ ਨੂੰ ਪੁੱਟ ਲਿਆ, ਗੁੱਸੇ 'ਚ ਆ ਕੇ ਹੱਥ ਮਾਰਿਆ। ਫਿਰ शिव जी ਦੇ ਰੂਪ ਵਿੱਚ ਉੱਥੇ दत्तात्रेय जी ਦਾ ਅਵਤਾਰ ਹੋਇਆ। कर सौ जबै कर मार, तब लीन दत्त अवतार। दत्तात्रेय ने अपनी अनसूआ जी नूं माता मन्निया। कर दशनंतरन प्रमाण ते प्रकर्मा कीतियां माता जी नूं सज्जे हत्थ रखदियां होइयां, जिवें आपां महाराज दीयां प्रकर्मा करदे आं, ते उन्हां ने फिर ਉਹ अनसूआ नूं अपनी माता मन्निया, नमस्कार कीती आ, ते दत्तात्रेय जिहड़ा पैदा हो गया। इस तरह ਅਸਲ ਦੇ ਵਿੱਚ ਜਿਹੜਾ शिव जी ਅਵਤਾਰ ਸੀ, ਇਹ ਤੱਤਾਂ ਦੀ ਰਚਨਾ ਤੋਂ ਰਹਿਤ ਸੀਗਾ। ਮਹਾਰਾਜ ਜੀ ਦੱਸਦੇ ਆ ਵੀ ਕਿੱਦਾਂ ਦਾ ਇਹਦਾ ਸਰੂਪ ਸੀਗਾ, ਜਿਵੇਂ ਆਪਾਂ 5 ਤੱਤਾਂ ਦੇ ਬਣਿਆ ਇਦਾਂ ਦਾ ਨਹੀਂ ਸੀ ਉਹ ਚਰੰਤ ਸਿਮਰਤ ਸਾਤ, ਸੋਹਣਾ ਸਰੀਰ ਸੀਗਾ, ਸਿਮਰਤੀਆਂ ਯਾਦ ਸੀ, ਚਾਰੇ ਵੇਦ ਯਾਦ ਸੀਗੇ, ਮੁੱਖ ਵੇਦ ਚਾਰ ਰੜੰਤ ਉਪਜੋ ਸੋ ਦੱਤ ਮਹੰਤ। ਤੇ ਇਵੇਂ ਦत्तात्रेय ਮਹਾਰਾਜ ਜੀ ਪੈਦਾ ਹੋ ਜਾਂਦੇ ਆ। शिव जी ਨੂੰ याद ਆਈਆਂ ਗੱਲਾਂ, ਮਹਾਰਾਜ ਕਹਿੰਦੇ ਪਿਛਲੀਆਂ ਗੱਲਾਂ ਵੀ ਮੈਂ ਮਾਣ ਕੀਤਾ, ਮੈਨੂੰ ਤਾਂ ਇਹ ਇਨਸਾਨ ਦਾ ਜਾਮਾ ਮਿਲਿਆ, ਮੈਂ ਤਾਂ ਬੰਦਗੀ ਕਰੀ ਜਾਂਦਾ ਸੀਗਾ। ਅਨਸੂਆ ਦੇ ਘਰੇ ਪੈਦਾ ਹੋਇਆ, ਇਹ ਪਹਿਲਾ ਅਵਤਾਰ ਆ शिव जी ਦਾ। ਉਪਜੋ ਸੂਆ ਧਾਮ ਅਵਤਾਰ ਪ੍ਰਥਮ ਸੋ ਤਾਮ, ਤਾਂ ਇਹ ਪਹਿਲੇ ਅਵਤਾਰ ਆ शिव जी ਦੇ ਉਪ ਅਵਤਾਰ ਆ। ਤਾਂ ਇਵੇਂ ਕਰਕੇ ਅਵਤਾਰ ਹੁੰਦੇ ਆ, ਜਿਵੇਂ 24 ਅਵਤਾਰ ਆ, ਅੱਗੇ ਉਹਨਾਂ ਦੇ ਉਪ ਅਵਤਾਰ ਹੁੰਦੇ। ਹੁਣ ਇੱਥੇ ਗੁਰੂ ਮਹਾਰਾਜ ਦੱਸਦੇ ਆ ਵੀ ਇਹ ਦੱਤਾਤਰੇय ਦੇ ਵਿੱਚ ਕਿਹੜੇ ਕਿਹੜੇ ਗੁਣ ਸੀਗੇ। 18 ਵਿਦਿਆਵਾਂ ਦਾ ਘਰ ਸੀ, ਸ਼ਾਸਤਰਾਂ ਦਾ ਗਿਆਤਾ ਸੀ, ਸ਼ੁੱਧ ਸੁੰਦਰ ਸਰੂਪ ਵਾਲਾ ਸੀ, ਤੇ ਬਹੁਤ ਜ਼ਿਆਦਾ ਜੋਗ ਦਾ ਪ੍ਰਕਾਸ਼ ਸੀਗਾ। 14 ਵਿਦਿਆਵਾਂ ਵਾਲਾ, ਸੋਭਾ ਦਾ ਖਜ਼ਾਨਾ, ਆਛਿਜ ਰੂਪ ਮਹਿਮਾ ਮਹਾਨ, 10 ਚਾਰਵੰਤ ਸੋਭਾ ਨਿਧਾਨ। ਇਵੇਂ ਨਾ ਗੁਰੂ ਸਾਹਿਬ ਜੀ ਕਹਿੰਦੇ ਆ ਵੀ ਅਕਾਲ ਪੁਰਖ ਮਹਾਰਾਜ ਜੀ ਕਿਉਂ ਇਹ ਅਵਤਾਰਾਂ ਦੀ ਕਥਾ ਲਿਖਦੇ ਆ। ਮੈਂ ਤੁਹਾਨੂੰ ਇੱਥੇ ਸਪਸ਼ਟ ਕਰਦੇ ਹਾਂ ਵੀ ਅਕਾਲ ਪੁਰਖ ਨੂੰ ਹੀ ਗੁਰੂ ਮੰਨ ਕੇ ਦੇਵਤਿਆਂ ਦੀ ਮੁਕਤੀ ਹੁੰਦੀ ਆ। ਗੁਰੂ ਸਾਹਿਬ ਜੀ ਦਾ ਜਿਹੜਾ ਇਹਦਾ ਸਾਰਾ ਸਿੱਟਾ ਵਾ, ਮਹਾਰਾਜ ਜੀ ਇਹਦਾ ਕਥਾ ਦਾ ਨਿਚੋੜ ਆ, ਉਹ ਇਹੀ ਆ ਵੀ ਅਕਾਲ ਪੁਰਖ ਉਹਨੂੰ ਗੁਰੂ ਮੰਨਣਾ ਪੈਂਦਾ ਹੈ, ਦੇਵਤਿਆਂ ਨੂੰ ਵੀ, ਫਿਰ ਉਹਨਾਂ ਦੀ ਮੁਕਤੀ ਹੁੰਦੀ ਆ। ਇਸ ਤੋਂ ਬਿਨਾਂ ਦੇਵਤਿਆਂ ਦੀ ਮੁਕਤੀ ਵੀ ਨਹੀਂ ਹੁੰਦੀ। ਮਹਾਰਾਜ ਜੀ ਜਿਵੇਂ ਆਪਾਂ ਅਰਦਾਸ ਕਰਦੇ ਹਾਂ, ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਉਤੀ ਜੀ ਸਹਾਏ, ਪ੍ਰਥਮ ਭਗਉਤੀ ਸਿਮਰ ਕੈ, ਗੁਰੂ ਨਾਨਕ ਲਈ ਤੇ ਆਏ। ਇਹ ਬਚਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਆ ਸਾਰੇ। ਤੇ ਇਸ ਕਰਕੇ ਸਭ ਤੋਂ ਪਹਿਲਾਂ ਪ੍ਰਥਮ ਕੀ ਆ, ਅਕਾਲ ਪੁਰਖ। ਅਕਾਲ ਪੁਰਖ ਤੋਂ ਬਿਨਾਂ ਕੋਈ ਚੀਜ਼ ਨਹੀਂ ਹੈਗੀ। ਬਾਕੀ ਦੇਵੀ ਦੇਵਤਿਆਂ ਕੋਲ ਕਲਾ ਹੁੰਦੀ ਆ, ਆਪਣੀ ਸ਼ਕਤੀ ਹੁੰਦੀ ਆ, ਕਰਾਮਾਤਾਂ ਹੁੰਦੀਆਂ, ਤਾਕਤ ਹੁੰਦੀ ਆ, ਵੀਰ ਰਸ ਹੁੰਦਾ, ਆਪਣੇ ਹਥਿਆਰ ਹੁੰਦੇ ਆ। ਜਿਵੇਂ ਹਨੂਮਾਨ ਜੀ ਕੋਲ ਗਦਾ, शिव जी ਕੋਲ ਤਰਸ਼ੂਲ ਆ, ਸ਼੍ਰੀ ਕ੍ਰਿਸ਼ਨ ਜੀ ਕੋਲ ਸੁਦਰਸ਼ਨ ਚੱਕਰ ਆਪਣਾ, ਸਾਰੀਆਂ ਚੀਜ਼ਾਂ। ਇਸ ਤਰ੍ਹਾਂ ਇੰਦਰ ਕੋਲ ਆਪਣੇ ਹਥਿਆਰ ਆ, ਸ਼੍ਰੀ ਰਾਮਚੰਦਰ ਜੀ ਕੋਲ ਤੀਰ ਕਮਾਨ ਆ। ਤਾਂ ਇਹ ਇੱਕ ਸਮਾਂ ਹੁੰਦਾ, ਸਮੇਂ ਦੇ ਵਿੱਚ ਅਵਤਾਰ ਆਉਂਦੇ ਆ, ਚਲੇ ਜਾਂਦੇ ਆ, ਪਰ ਅਕਾਲ ਪੁਰਖ ਸਦਾ ਹੀ ਰਹਿੰਦਾ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰੂ ਗੋਬਿੰਦ, ਮਹਾਰਾਜ ਜੀ ਦੱਸਣਾ ਚਾਹੁੰਦੇ ਆ। ਤਾਂ ਸਾਰੀ ਕਥਾ ਅੱਗੇ ਜਦੋਂ ਜਿਵੇਂ ਜਿਵੇਂ ਤੁਸੀਂ ਗੌਰ ਨਾਲ ਸੁਣੀ ਚੱਲੋਗੇ, ਓਨਾ ਤੁਹਾਨੂੰ ਪਤਾ ਲੱਗੀ ਜਾਊਗਾ। ਤਾਂ ਇਹ ਬਿਨਾਂ ਪੜ੍ਹੇ ਨਹੀਂ, ਵੀ ਆਪਾਂ ਪੜ੍ਹਿਆ ਨਹੀਂ ਗ੍ਰੰਥ ਤੇ ਚੱਕ ਕੇ ਆਪਾਂ ਟੀਕਾ ਟਿੱਪਣੀ ਕਰ ਦਿੱਤੀ, ਭਾਈ ਆਹ ਗਲਤ ਆ, ਆਹ ਵੀ ਗਲਤ ਆ। ਇੰਨੇ ਅਸੀਂ ਸਿਆਣੇ ਨਹੀਂ ਹੋ ਸਕਦੇ ਗੁਰੂ ਤੋਂ। ਅੱਗੇ ਮਹਾਰਾਜ ਫਿਰ ਕਥਾ ਕਹਿੰਦੇ ਆ, ਸੰਨਿਆਸ ਰਾਜ ਭਾਈ ਦੱਤ ਦੇ। ਇਹ ਦੱਤਾਤਰੇय ਜੀ ਸੰਨਿਆਸੀ ਰਾਜੇ ਪੈਦਾ ਹੋ ਗਏ ਆ, ਜਿਹੜੇ ਨਾਂ ਜਿੱਤੇ ਜਾਣ ਵਾਲੇ। ਕਲਾ ਤਾਂ ਸੀਗੀ, ਕਿਉਂਕਿ शिव जी ਦਾ ਅਵਤਾਰ ਆ, ਮਾੜੀ ਮੋਟੀ ਗੱਲ ਥੋੜ੍ਹੀ ਆ ਵੀ ਆਮ ਬੰਦੇ ਆ। शिव जी ਦਾ ਅਵਤਾਰ ਹੋਣਾ ਬਹੁਤ ਵੱਡੀ ਗੱਲ ਹੁੰਦੀ ਆ। ਪਰ ਮੈਂ ਕਹਿ ਰਿਹਾ ਵੀ ਅਕਾਲ ਪੁਰਖ ਸਭ ਤੋਂ ਵੱਡਾ, ਮੈਂ ਇਹ ਵੀ ਨਾਲ ਤੁਹਾਨੂੰ ਕਹਿ ਰਿਹਾ। ਅਜਾਨ ਬਾਹੋ ਅਲਿਪਤ ਰੂਪ, ਗੋਡਿਆਂ ਤੱਕ ਉਹਦੀਆਂ ਬਾਹਾਂ ਸੀ, ਵਿਕਾਰਾਂ ਤੋਂ ਲੇਪ ਰਹਿਤ ਸੀ, ਜੋਗ ਦੀ ਪ੍ਰਚੰਡ ਲਾਟ ਵਾਲਾ ਸੀ, ਸਰੀਰ ਦੀ ਵੱਡੀ ਮਹਿਮਾ ਸੀ, ਆਤਮਾ ਸ਼ੁੱਧ ਸਰੂਪ ਸੀਗੀ। ਇਸ ਤਰ੍ਹਾਂ ਉਹਨਾਂ ਨੇ ਆਪਣਾ ਰਾਜ ਜਿਹੜਾ ਸੀ ਉਹਦਾ ਪ੍ਰਸਾਰ ਕੀਤਾ। ਉਹਨਾਂ ਦੇ ਪ੍ਰਗਟ ਹੁੰਦਿਆਂ ਕਪਟੀ ਲੋਕ ਜਿਹੜੇ ਆ ਕੰਬ ਗਏ ਆ। ਤੇ ਮਾਤਾ ਅਨਸੂਆ ਜਿਹਨੇ ਇਹ ਪੁੱਤਰ ਨੂੰ ਜਨਮ ਦਿੱਤਾ,
ਆਪਣੇ ਸਰੀਰ ਦੀ ਜਟਾ ਦੇ ਵਿੱਚੋਂ ਤੇ ਵਾਲਾਂ ਦੇ ਵਿੱਚੋਂ ਜਨਮ ਦਿੱਤਾ। ਦੇਸ਼ਨ ਵਿਦੇਸ਼ ਚੱਕ ਰਹੀ ਸਰਬ, ਸੁਨ ਸਰਬ ਰਿਖਨ ਤਜ ਦੀਨ ਗਰਭ। ਉਹ ਮਾਂ ਅਨਸੂਆ ਆਪਣੇ ਪੁੱਤਰ ਨੂੰ ਦੇਖ ਕੇ ਹੈਰਾਨ ਹੋ ਰਹੀ ਆ। ਸਾਰੇ ਰਿਖੀਆਂ ਨੇ ਦੱਤਾ ਦਾ ਪ੍ਰਤਾਪ ਸੁਣ ਕੇ ਆਪਣਾ ਹੰਕਾਰ ਛੱਡਿਆ ਵੀ ਅਸੀਂ ਤਾਂ ਇਹਦੇ ਅੱਗੇ ਕੁਝ ਵੀ ਨਹੀਂ, ਇਹਨੂੰ ਤਾਂ ਭਾਈ ਵੇਦ ਕੰਠ ਆ। ਜਿਵੇਂ ਕੁਝ ਵੇਦ ਸੀਗੇ, ਕਿਸੇ ਨੂੰ ਇੱਕ ਵੇਦ ਕੰਠ ਸੀ, ਕਿਸੇ ਨੂੰ ਦੂਜਾ, ਰਿਗ ਵੇਦ, ਜਜਰ ਵੇਦ, ਅਥਰ ਵੇਦ, ਸਾਮ ਵੇਦ, ਤਾਂ ਉਹਨੂੰ ਸਾਰੇ ਹੀ ਕੰਠ ਸੀਗੇ। ਫਿਰ ਉਹ ਕਹਿੰਦੇ ਭਾਈ ਸਾਡੇ ਉੱਪਰੋਂ ਕੋਈ ਆ ਗਿਆ, ਹੁਣ ਅਸੀਂ ਹੰਕਾਰ ਨਹੀਂ ਕਰ ਸਕਦੇ। ਥਰ ਹਰਤ ਧੂਮੇ ਆਕਾਸ਼ ਸਰਬ, ਆਕਾਸ਼ ਤੇ ਧਰਤੀ ਕੰਬੀ ਆ। ਜਹ ਤਹ ਰਖੀਨ ਤਜਦੀਨ ਗਰਭ, ਰਿਖੀਆਂ ਨੇ ਹੰਕਾਰ ਛੱਡ ਦਿੱਤਾ ਸੀਗਾ ਆਪਣਾ, ਜੋ ਵੀ ਕਰਦੇ ਸੀ। ਵੱਡੇ ਵੱਡੇ ਰਾਜੇ ਆਏ ਆ, ਉਹਨਾਂ ਨੇ ਆ ਕੇ ਸ਼ਿਵਜੀ ਜੀ ਦੇ ਉਪ ਅਵਤਾਰ ਨੂੰ, ਦੱਤਾਤਰੇय ਨੂੰ ਮੱਥਾ ਟੇਕ ਦਿੱਤਾ। ਕਹਿਣ ਲੱਗੇ ਜੀ ਤੁਹਾਡੇ ਵਿੱਚ ਇੰਨੀ ਵਿੱਦਿਆ, ਬਹੁਤ ਵਿੱਦਿਆ, ਤੇ ਨਾਲੇ ਤੁਸੀਂ ਰਾਜੇ ਹੋ ਤੇ ਨਾਲੇ ਤੁਸੀਂ ਜੋਗੀ ਹੋ। ਤੁਹਾਡੇ ਸਿਰ ਉੱਤੇ ਜਤ ਦੀਆਂ ਜਟਾਵਾਂ ਸੋਭਦੀਆਂ ਨੇ, ਤੇ ਤੁਹਾਡੇ ਇਹ ਜਿਹੜੀ ਭਸਮ ਮਲੀ ਹੋਈ ਆ ਨਾ ਸਰੀਰ ਉੱਪਰ, ਇਹ ਵੀ ਬੜੀ ਸੋਭਾ ਪਾਉਂਦੀ ਆ। ਤੇ ਬ੍ਰਾਹਮਣ ਜਿੰਨੇ ਵੀ ਆ ਆਪ ਜੀ ਦੇ ਚਰਨਾਂ ਦੀ ਧੂੜੀ ਸਮਾਨ ਆ। ਤੇ ਇਸ ਤਰ੍ਹਾਂ ਲੋਕ ਆ ਕੇ ਕਹਿਣ ਲੱਗ ਗਏ ਸੀ ਵੀ ਤੁਸੀਂ ਬਹੁਤ ਸੋਹਣੇ ਹੋ, ਤੁਹਾਡਾ ਸਰੂਪ ਬੜਾ ਸੁੰਦਰ ਆ। ਕਬਹੂ ਨਾ ਪਾਪ ਜਿਹਾਂ ਸ਼ੋਹਾ ਅੰਗ, ਗੁਣ ਗਨ ਸੰਪੰਨ ਸੁੰਦਰ ਸੁਰੰਗ। ਕਦੇ ਵੀ ਕਿਸੇ ਪਾਪ ਨੇ ਤੁਹਾਡੇ ਸਰੀਰ ਨੂੰ ਛੂਹਿਆ ਤੱਕ ਨਹੀਂ ਹੈਗਾ, ਤੇ ਏਡੇ ਤੁਸੀਂ ਸੋਹਣੇ ਅਵਤਾਰ ਹੋਏ ਹੋ। ਬਹੁਤ ਲੋਕ ਉਹਨਾਂ ਦੀ ਉਪਮਾ ਕਰਨ ਲੱਗੇ ਆ। ਫਿਰ ਇਹ ਸ਼ਿਵ ਜੀ ਦਾ ਜਿਹੜੇ ਉਪ ਅਵਤਾਰ ਹੋਏ ਦੱਤਾਤਰੇय ਜੀ ਰਾਜੇ ਬਣ ਗਏ। ਰਾਜੇ ਵੀ ਬਣੇ, ਜੋਗੀ ਵੀ ਬਣੇ। ਕਈ ਰਾਜੇ ਹੁੰਦੇ ਆ ਵੀ ਉਹਨਾਂ ਨੂੰ ਰਾਜਨੀਤਿਕ ਮਾਮਲਿਆਂ ਵਿੱਚ ਹੀ ਪਤਾ ਹੁੰਦਾ, ਪਰ ਅਧਿਆਤਮ ਆਤਮਾ ਦੀ ਵਿੱਦਿਆ ਨਹੀਂ ਹੁੰਦੀ। ਤਾਂ ਇਹ ਸ਼ਿਵ ਜੀ ਦੇ ਅਵਤਾਰ ਹੋਣ ਕਰਕੇ ਇਹਨਾਂ ਦੀ ਚੜ੍ਹਦੀ ਕਲਾ ਹੋ ਗਈ, ਲੋਕਾਂ ਵਿੱਚ ਨਾਮ ਬਣ ਗਿਆ, ਲੋਕ ਇਹਨਾਂ ਨੂੰ ਪੂਜਣ ਲੱਗ ਗਏ, ਤੇ ਲੋਕ ਕਹਿਣ ਲੱਗੇ ਰਾਜੇ ਵੀ ਆ, ਜੋਗੀ ਵੀ ਆ, ਇਹ ਤਾਂ ਭਾਈ ਕੋਈ ਸੰਨਿਆਸੀ ਆ। ਉਸ ਤੋਂ ਬਾਅਦ ਫਿਰ ਪਰਮਾਤਮਾ ਵੱਲੋਂ ਆਕਾਸ਼ ਬਾਣੀ ਹੋਈ ਹੈ ਇੱਕ। ਪਰਮਾਤਮਾ ਨੇ ਕੀ ਕਿਹਾ ਇਸ ਅਵਤਾਰ ਨੂੰ, ਉਹਦੇ ਬਾਰੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ, ਗੁਰਹੀਣ ਮੁਕਤ ਨਹੀਂ ਹੋਤ ਦੱਤ। ਆਕਾਸ਼ ਬਾਣੀ ਵਿੱਚ ਆਵਾਜ਼ ਆਈ ਆ, ਦੱਤਾ ਗੁਰੂ ਤੋਂ ਬਿਨਾਂ ਬੰਦੇ ਦੀ ਮੁਕਤੀ ਨਹੀਂ ਹੁੰਦੀ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਹੇ ਨਿਰਮਲ ਬੁੱਧੀ ਵਾਲੇ, ਤੈਨੂੰ ਮੈਂ ਗੱਲ ਕਹਿ ਰਿਹਾ, ਧਿਆਨ ਦੇ ਕੇ ਸੁਣ ਲਾ। ਪਹਿਲਾਂ ਗੁਰੂ ਧਾਰਨ ਕਰ, ਫਿਰ ਤੂੰ ਮੁਕਤ ਹੋਵੇਂਗਾ। ਨਾਮ ਵੀ ਜਪ ਲਿਆ, ਦੇਖੋ ਤਪ ਵੀ ਕਰ ਲਿਆ ਸ਼ਿਵ ਜੀ ਨੇ, ਪਰ ਗੁਰੂ ਤੋਂ ਬਿਨਾਂ ਗਤ ਨਹੀਂ ਹੈਗੀ। ਬਹੁ ਭਾਂਤ ਦੰਤ ਦੰਡਵਾਨ ਕੀਨ, ਆਸਾ ਬਿਰਹਤ ਹਰ ਕੋ ਅਧੀਨ। ਆਕਾਸ਼ ਬਾਣੀ ਸੁਣ ਕੇ ਦੱਤਾ ਜੀ ਨੇ ਨਮਸਕਾਰ ਕੀਤੀ ਆ। ਕਹਿਣ ਲੱਗੇ ਵਾਹਿਗੁਰੂ ਪਰਮੇਸ਼ਰ, ਮੈਂ ਕਿਹਨੂੰ ਗੁਰੂ ਧਾਰਨ ਕਰਾਂ, ਮੈਨੂੰ ਸਮਝ ਨਹੀਂ ਆਉਂਦੀ। ਏਡੀ ਵੱਡੀ ਧਰਤੀ ਤੇ ਬਹੁਤ ਗੁਰੂ ਬਣ ਬੈਠੇ ਆ, ਕਿਹਨੂੰ ਮੈਂ ਗੁਰੂ ਧਾਰਨ ਕਰਾਂ ਜੀ। ਕਹਿੰਦੇ ਕਿ ਜੇਕਰ ਮੈਂ ਗੁਰੂ ਧਾਰਨ ਕਰਾਂ ਤਾਂ ਉਹਨੂੰ ਹੀ ਕਰੂੰਗਾ ਜਿਹੜਾ ਜੋਗੀਆਂ ਦਾ ਜੋਗੀ ਆ। ਜੋਗਨ ਜੋਗ ਰਾਜਾਨ ਰਾਜ, ਰਾਜਿਆਂ ਦਾ ਰਾਜਾ, ਤੱਤਾਂ ਤੋਂ ਰਹਿਤ ਆ, ਜਿਹਦਾ ਤੇਜ ਜਲ ਥਲ ਵਿੱਚ ਵਿਆਪ ਰਿਹਾ। ਜਲ ਤੂੰ ਹੀ, ਥਲ ਤੂੰ ਹੀ, ਜਿਹਨੂੰ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਆ। ਦੱਤਾਤਰੇय ਜੀ ਕਹਿੰਦੇ ਨੇ ਵੀ ਜਿਹਨੂੰ ਵੇਦ ਵੀ ਕਹਿੰਦੇ ਆ, ਬੇਅੰਤ ਬੇਅੰਤ ਬੇਅੰਤਾ ਬੇਅੰਤ ਗੁਣ ਤੇਰੇ, ਜਿਹਦਾ ਆਦ ਮੱਧ ਤੇ ਅੰਤ ਕੋਈ ਵੀ ਨਹੀਂ ਪਾ ਸਕਦਾ। ਜਿਹਨੇ ਅਨੇਕਾਂ ਰੂਪ ਬਣਾਏ ਆ, ਧਰਤੀ ਜਿਹੜੀ ਆ ਉਹਨੂੰ ਟਿਕਾਇਆ ਹੋਇਆ, ਆਸਮਾਨ ਟਿਕਾਇਆ ਹੋਇਆ, ਉਹਨੂੰ ਗੁਰੂ ਧਾਰਨ ਕਰ ਲਾਂ ਜੀ। ਜਿਹੜਾ ਜੂਨਾਂ ਤੋਂ ਰਹਿਤ ਆ, ਜਿਹਨੂੰ ਜਿੱਤਿਆ ਨਹੀਂ ਜਾ ਸਕਦਾ, ਇਹਨੂੰ ਸਾਧੂ ਸੰਤ ਸਾਰੇ ਹੀ ਪੂਜਦੇ ਆ। ਜਿਹੜਾ ਕਲੰਕ ਤੋਂ ਰਹਿਤਾ, ਅਕਲੰਕ ਰੂਪਨ ਛਿਜ ਤੇਜ, ਆਸਨ ਅਡੋਲ ਸੁਭ ਸੁਭਰ ਸੇਜ। ਜਿਹਦੇ ਅਣਗਿਣਤ ਨਾਮ ਭਗਤ ਲੈਂਦੇ ਆ, ਪਰ ਕੋਈ ਨਾਮ ਨਹੀਂ ਉਹਦਾ ਅਨਾਮ ਹੈ। ਜਾਪ ਸਾਹਿਬ ਦੇ ਵਿੱਚ ਮਹਾਰਾਜ ਕਹਿੰਦੇ ਆ ਵੀ ਵਾਹਿਗੁਰੂ ਦਾ ਕੋਈ ਨਾਮ ਨਹੀਂ ਹੈਗਾ। ਇਸ ਕਰਕੇ ਫਿਰ ਦੱਤਾਤਰੇय ਜੀ ਵੀ ਕਹਿ ਰਹੇ ਆ, ਆਕਾਸ਼ ਬਾਣੀ ਨਾਲ ਗੱਲਾਂ ਕਰ ਰਿਹਾ, ਮੈਂ ਕਿਹਨੂੰ ਗੁਰੂ ਧਾਰਨ ਕਰਾਂ ਜੀ। ਜਿਹੜਾ ਮਿੱਠਾ ਬੋਲਦਾ, ਕਦੇ ਕੌੜਾ ਬੋਲਣਾ ਜਾਣਦਾ ਹੀ ਨਹੀਂ, ਜਿਹਨੂੰ ਮੌਤ ਛੂਹ ਨਹੀਂ ਸਕਦੀ, ਇਸ ਕਰਕੇ ਮੈਂ ਉਹਨੂੰ ਹੀ ਗੁਰੂ ਧਾਰਨ ਕਰਾਂਗਾ। ਦੱਤਾਤਰੇय ਜੀ ਐਵੇਂ ਆਕਾਸ਼ ਬਾਣੀ ਨੂੰ ਕਹੀ ਜਾਂਦੇ ਆ। ਕਹਿੰਦੇ ਨੇ ਕਿ ਮੈਂ ਫਿਰ ਕਿਹੜੀ ਬਾਣੀ ਦਾ ਪਾਠ ਕਰਾਂ। ਫਿਰ ਗੁਰੂ ਸਾਹਿਬ ਜੀ ਕਹਿੰਦੇ ਇਹ ਭਾਂਤ ਦੱਤ ਅਸਤੋਤਰ ਪਾਠ। ਦੱਤਾ ਜੀ ਨੇ ਉਦੋਂ ਫਿਰ ਸਤੋਤਰ ਦਾ ਪਾਠ ਕੀਤਾ ਸੀਗਾ। ਇਹ ਸ਼ਿਵ ਜੀ ਦੇ ਉਪ ਅਵਤਾਰ ਨੇ, ਰੱਬ ਦਾ ਨਾਮ ਲਿਆ। ਗੁਰੂ ਸਾਹਿਬ ਜੀ ਕਹਿੰਦੇ ਭਾਈ ਅਸੀਂ ਇੱਥੇ ਸੰਖੇਪ ਜਿਹਾ ਹੀ ਵਰਣਨ ਕੀਤਾ ਹੋਇਆ, ਸੰਖੇਪ ਕੀਨਤਾ ਤੇ ਉਚਾਰ। ਸੰਖੇਪ ਹੁੰਦਾ ਵੀ ਵੱਡੀ ਗੱਲ ਨੂੰ ਛੋਟੇ ਰੂਪ ਵਿੱਚ ਕਹਿ ਦੇਣਾ। ਮਹਾਰਾਜ ਕਹਿੰਦੇ ਜੇ ਸਾਰੀ ਧਰਤੀ ਨੂੰ ਕਾਗਜ਼ ਬਣਾ ਦਈਏ
ਤੇ ਸਾਰੇ ਦਰਖਤਾਂ ਨੂੰ ਘੜ ਕੇ ਕਲਮ ਬਣਾ ਲਈਏ, ਰੱਬ ਦੀ ਸਿਫਤ ਲਿਖਣ ਲੱਗ ਜੀਏ। ਭਾਈ ਰੱਬ ਦੀ ਸਿਫਤ ਨਹੀਂ ਹੋ ਸਕਦੀ। ਜੋ ਕਰੇ ਬੈਠ ਬ੍ਰਹਮਾ ਉਚਾਰ। ਇਹ ਪੰਕਤੀਆਂ ਸੁਣਿਓ ਕਿੰਨੀਆਂ ਸੋਹਣੀਆਂ। ਮਹਾਰਾਜ ਜੀ ਕਹਿੰਦੇ ਭਾਈ ਜੇਕਰ ਬ੍ਰਹਮਾ ਵਾਹਿਗੁਰੂ ਦੀ ਆਪਣੇ ਮੁਖ ਤੋਂ ਉਸਤਤ ਕਰੇ, ਉਹਦੇ ਤੇਜ ਦਾ ਅੰਤ ਨਹੀਂ ਪੈ ਸਕਦਾ। ਨਹੀਂ ਤਦਪ ਤੇਜ ਪੈ ਅੰਤ ਪਾਰ, ਤੇ ਮੁਖ ਸਹੰਸ ਨਾਮ ਫਣ ਪੱਤਰ ਡੰਤ। ਜੇਕਰ ਹਜ਼ਾਰਾਂ ਫਨਾਂ ਵਾਲਾ ਸ਼ੇਸ਼ ਨਾਗ ਵਾਹਿਗੁਰੂ ਨੂੰ ਸਿਮਰਦਾ ਜਾਵੇ, ਨਹੀਂ ਤਦਪ ਤਾਸ ਪੈ ਅੰਤ ਅੰਤ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਤਾਂ ਇਹ ਸ਼ਿਵ ਜੀ ਨੇ ਹਜ਼ਾਰਾਂ ਵਰਿਆਂ ਤੱਕ ਯੋਗ ਕੀਤਾ, ਘਰ ਦੇ ਮੋਹ ਨੂੰ ਛੱਡ ਕੇ ਬਨਵਾਸ ਲਿਆ ਤੇ ਬਹੁਤ ਮੁੱਦਤ ਤੱਕ ਯੋਗ ਕਮਾਇਆ, ਫਿਰ ਵੀ ਪਰਮਾਤਮਾ ਦਾ ਅੰਤ ਉਹਨੇ ਨਹੀਂ ਪਾਇਆ, ਨਹੀਂ ਪਾਇਆ, ਨਹੀਂ ਪਾਇਆ। ਬਹੁ ਕੀਨ ਜੋਗ ਤਹਿ ਬਹੁ ਪ੍ਰਕਾਰ, ਨਹੀਂ ਤਦ ਪਤਾਸ ਲੈ ਸਕਾ ਪਾਰ। ਕਿਉਂਕਿ ਅਕਾਲ ਪੁਰਖ ਜੇ ਰਾਗ ਰੰਗ ਨਹੀਂ, ਰੂਪ ਰੇਖ, ਜਿਹਦਾ ਕੋਈ ਰਾਗ ਨਹੀਂ, ਰੰਗ ਨਹੀਂ, ਰੂਪ ਨਹੀਂ, ਰੇਖ ਨਹੀਂ, ਕੋਈ ਨਾਮ ਨਹੀਂ, ਅਸਥਾਨ ਨਹੀਂ, ਉਹਦਾ ਭਾਈ ਕਿਵੇਂ ਅੰਤ ਪੈ ਸਕਦਾ। ਤਾਂ ਉਹਦੀ ਹਸਤੀ ਵੀ ਹੈਗੀ ਆ। ਇਹ ਗੱਲ ਨਹੀਂ ਵੀ ਕੋਈ ਕਲਪਨਾ ਵਾ, ਨਾ ਨਾ, ਇਹ ਨਾ ਸੋਚੋ ਵੀ ਕਿਸੇ ਕਵੀ ਦੀ ਕਲਪਨਾ ਹੋਊਗੀ ਪਰਮਾਤਮਾ, ਨਹੀਂ, ਇਹ ਵੀ ਭੁੱਲ ਆ। ਫਿਰ ਮਹਾਰਾਜ ਕਹਿੰਦੇ ਉਹਦੀ ਹਸਤੀ ਹੈ। ਉਹਨੇ ਆਪਣੇ ਤੋਂ ਬਹੁਤ ਸਾਰੇ ਰੂਪ ਪੈਦਾ ਕੀਤੇ ਆ। ਜੇ ਏਕ ਰੂਪ ਕਿਨ ਅਨੇਕ, ਏਕ ਹੈ ਅਨੇਕ ਹੈ ਫਿਰ ਏਕ ਹੈ। ਤਾਂ ਜਦੋਂ ਉਹਦਾ ਦਿਲ ਕਰਦਾ ਉਹ ਇੱਕ ਤੋਂ ਅਨੇਕ ਹੋ ਜਾਂਦਾ, ਫਿਰ ਅਨੇਕਾਂ ਤੋਂ ਇੱਕ ਹੋ ਜਾਂਦਾ। ਆ ਜੀ ਜੰਤ ਸਾਰੇ ਜਿਹੜੇ ਆਪਾਂ ਦੇਖਦੇ ਹਾਂ ਇਹ ਵਾਹਿਗੁਰੂ ਦੇ ਸਾਜੇ ਹੋਏ ਆ। ਤਾਂ ਜਿਹੜਾ ਹੰਕਾਰ ਕਰਦਾ ਉਹਦਾ ਹੰਕਾਰ ਵਾਹਿਗੁਰੂ ਪਰਮੇਸ਼ਰ ਤੋੜਦਾ, ਅਵਤਾਰ ਬਣ ਕੇ, ਭਗਤ ਬਣ ਕੇ, ਤੇ ਹੋਰ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਆ ਕਰ, ਯੋਧਾ ਬਣ ਕੇ, ਸੂਰਮਾ ਬਣ ਕੇ। ਕਈ ਕੋਟ ਇੰਦਰ ਜਹ ਪਾਨਾ ਹਾਰ, ਕਰੋੜਾਂ ਇੰਦਰ, ਇੰਦਰ ਵਰਗੇ ਕਰੋੜਾਂ ਉਹਦੇ ਦਰ ਤੇ ਪਾਣੀ ਭਰਦੇ ਆ। ਕਈ ਕਰੋੜਾਂ ਚੰਦਰਮਾ, ਸੂਰਜ ਤੇ ਕ੍ਰਿਸ਼ਨ ਅਵਤਾਰ। ਆਪਾਂ ਜਿੰਨਿਆਂ ਨੂੰ ਜਾਣਦੇ ਹਾਂ ਆਪਾਂ ਨੂੰ ਤਾਂ ਓਨਾ ਹੀ ਪਤਾ। ਮਹਾਰਾਜ 10ਵੇਂ ਪਾਤਸ਼ਾਹ ਜੀ ਕਹਿੰਦੇ ਆ, ਏਕ ਸ਼ਿਵ ਭਏ ਏਕ ਗਏ ਏਕ ਫੇਰ ਭਏ, ਰਾਮਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ। ਕਈ ਚੰਦ ਸੂਰ ਕ੍ਰਿਸ਼ਨਾ ਅਵਤਾਰ। ਬਹੁਤ ਹੀ ਸੂਰਜ ਆ, ਇੱਕ ਨਹੀਂ ਹੈਗਾ। ਕਈ ਕਰੋੜਾਂ ਵਿਸ਼ਨੂੰ ਆ, ਸ਼ਿਵ ਜੀ ਆ, ਰਾਮ ਜੀ ਤੇ ਮੁਹੰਮਦ ਆ। ਪਰ ਭਗਤੀ ਤੋਂ ਬਿਨਾਂ ਭਾਈ ਐਵੇਂ ਕੋਈ ਕਬੂਲ ਨਹੀਂ ਪੈਂਦਾ। ਚੇਤੇ ਰੱਖਿਓ, ਬਿਨ ਭਗਤ ਯੋ ਨਾ ਕੋਈ ਕਬੂਲ। ਦੇਖਿਓ ਸਾਫ਼ ਹੋ ਗਈ ਨਾ ਇੱਥੇ ਸਾਰੀ ਗੱਲ, ਅੱਜ ਸਪਸ਼ਟ ਹੋ ਗਈ। ਮਹਾਰਾਜ ਨੇ ਕਹਿ ਦਿੱਤਾ ਅਕਾਲ ਪੁਰਖ ਤੋਂ ਉੱਪਰ ਕੋਈ ਨਹੀਂ। ਕਿੰਨੇ ਹੀ ਦੱਤ ਸਤ ਗੋਰਖ ਦੇਵਤੇ ਹੋਏ, ਕਈ ਦੱਤ ਸਤ ਗੋਰਖ ਦੇਵ, ਮੁਨ ਮਨ ਮਸ਼ਿੰਦਰ ਨਹੀਂ ਲਖਤ ਭੇਵ, ਬਹੁ ਭਾਂਤ ਮੰਤਰ ਮਤ ਕੈ ਪ੍ਰਕਾਸ਼, ਬਿਨ ਏਕ ਆਸ ਸਭ ਹੀ ਨਿਰਾਸ। ਜਿੰਨੇ ਮਰਜੀ ਮੰਤਰਾਂ ਤੰਤਰਾਂ ਪਿੱਛੇ ਲੱਗੀ ਚੱਲੋ, ਜਿੰਨਾ ਸਮਾਂ ਅਕਾਲ ਪੁਰਖ ਨਾਲ ਜੁੜਦੇ ਨਹੀਂ ਉਹਨਾਂ ਸਮਾਂ ਗਤੀ ਨਹੀਂ ਹੋ ਸਕਦੀ। ਜਿਹਨੂੰ ਭਾਈ ਵੇਦ ਹੀ ਕਹੀ ਜਾਂਦੇ ਆ ਬੇਅੰਤ ਬੇਅੰਤ, ਉਹਦਾ ਬੰਦਾ ਕਿਵੇਂ ਅੰਤ ਪਾ ਲਵੇਗਾ। ਇਹ ਗੱਲ ਤਾਂ ਵੇਦਾਂ 'ਚ ਵੀ ਲਿਖੀ ਹੋਈ ਆ ਨਾ ਵੀ ਰੱਬ ਦਾ ਅੰਤ ਨਹੀਂ ਪਾਇਆ ਜਾ ਸਕਦਾ। ਫਿਰ ਇੱਥੇ ਗੁਰੂ ਮਹਾਰਾਜ ਕਹਿੰਦੇ ਵੀ ਪ੍ਰਮਾਤਮਾ ਦੀ ਸੋਭਾ ਲਿਖੀ ਨਹੀਂ ਜਾ ਸਕਦੀ। ਥੱਕ ਗਿਰਿਓ ਬਿੰਦ ਸਰ ਲਿਖਤ ਕਿਤ, ਜਿਹਦੀ ਕੀਰਤੀ ਨੂੰ ਲਿਖਦਿਆਂ ਗਣੇਸ਼ ਜੀ ਵਰਗੇ ਥੱਕ ਜਾਂਦੇ ਆ। ਬ੍ਰਹਮਾ ਦੇ 60,000 ਪੁੱਤਰ ਮੰਨੇ ਜਾਂਦੇ ਆ, ਉਹ ਨਹੀਂ ਅੰਤ ਪਾ ਸਕਦੇ। ਇਸ ਕਰਕੇ ਭਾਈ ਸ਼ਿਵ ਜੀ ਨੂੰ ਕਰੋੜਾਂ ਯੁੱਗ ਬੀਤ ਗਏ, ਇੰਨੀ ਉਮਰ ਉਹਦੀ ਲੰਮੀ ਆ। ਤਹੰ ਜਪਤ ਰੁਦਰ ਜੁਗ ਕੋਟ ਬੀਤ, ਬਹਿ ਗਈ ਗੰਗ ਸਿਰ ਮੁਰਨਾ ਚੀਤ। ਉਹਦੇ ਸਿਰ ਤੋਂ ਗੰਗਾ ਵਹਿ ਗਈ ਸੀ। ਅੰਤ ਨਹੀਂ ਪਰ ਪਰਮਾਤਮਾ ਦਾ ਪਾ ਸਕੇ। ਕਈ ਧਿਆਨੀ ਪੁਰਸ਼ ਜਪਦੇ ਆ, ਨਹੀਂ ਅੰਤ ਪਾਇਆ ਜਾ ਸਕਦਾ। ਇਵੇਂ ਇੱਥੇ ਅੰਤਲੀ ਕਥਾ ਦੇ ਵਿੱਚ ਮਹਾਰਾਜ ਜੀ ਕਹਿ ਰਹੇ ਆ, ਰੁਆਲ ਛੰਦ ਭਾਂਤ ਭਾਂਤ ਬੇਅੰਤ ਦੇਸ਼ ਭਵੰਤ ਕਿਰਤ ਉਚਾਰ, ਭਾਂਤ ਭਾਂਤ ਪਗੋ ਲਗਾ ਤਜ ਗਰਭ ਅਤਰ ਕੁਮਾਰ। ਮਹਾਰਾਜ ਕਹਿੰਦੇ ਉਹ ਦੱਤਾਤਰੇय ਜੀ ਮੁਨੀ ਜੀ ਜਿਹੜੇ ਸੀਗੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਣ ਲੱਗੇ, ਚਿੱਤ ਲਾ ਕੇ ਹਰੀ ਦੀ ਸੇਵਾ ਕੀਤੀ ਆ। ਕਰੋੜਾਂ ਹਰਖ ਸਾਲ ਬਹੁਤ ਲੰਮਾ ਸਮਾਂ ਬੀਤ ਗਿਆ। ਅਕਸਮਾਤ ਭਈ ਤਬੈ ਤੇ ਵਿਓਮ ਬਾਣ ਬਣਾਏ। ਫਿਰ ਆਕਾਸ਼ਬਾਣੀ ਹੋਈ ਆ, ਉਹ ਨਵੀਂ ਆਕਾਸ਼ਬਾਣੀ ਸੀ। ਦੂਜੀ ਵਾਰੀ ਕਹਿਣ ਲੱਗੇ ਦੱਤਾ ਤੈਨੂੰ ਮੈਂ ਸੱਚ ਕਹਿਣਾ, ਗੁਰੂ ਤੋਂ ਹੀਣਾ ਬੰਦਾ ਕਦੇ ਮੁਕਤ ਨਹੀਂ ਹੋ ਸਕਦਾ। ਰਾਜਾ ਕੰਗਾਲ ਪਰਜਾ ਕੋਈ ਵੀ ਹੋਵੇ ਤਾਂ ਬੰਦੇ ਦੀ ਜਿਹੜੀ ਮੁਕਤੀ ਆ ਅਕਾਲ ਪੁਰਖ ਨੂੰ ਗੁਰੂ ਧਾਰੇ ਤੋਂ ਬਿਨਾਂ ਨਹੀਂ ਹੋ ਸਕਦੀ। ਹੇ ਰਿਖੀ ਪੁੱਤਰ ਜੀ, ਇਹ ਗੱਲ ਤੁਸੀਂ ਮੇਰੀ ਸੱਚ ਮੰਨ ਲਓ। ਇਸ ਕਰਕੇ ਮੈਂ ਤੁਹਾਨੂੰ ਕਹਿ ਰਿਹਾ ਵੀ ਗੁਰੂ ਧਾਰਨ ਕਰੋ, ਗੁਰੂ ਧਾਰਨ ਕਰੋ ਜੀ।
ਹੁਣ ਦੱਤਾਤਰੇय ਜੀ ਕਹਿੰਦੇ ਆ, ਪਾਨ ਲਾਗ ਡੰਡੌਤ ਕਹਿ ਇਹ ਭਾਂਤ ਕੀਨ ਉਚਾਰ, ਵੀ ਕੌਣ ਆ ਜਿਹਨੂੰ ਮੈਂ ਗੁਰੂ ਧਾਰਨ ਕਰਾਂ। ਮੈਨੂੰ ਸਪਸ਼ਟਤਾ ਨਹੀਂ ਮਿਲ ਰਹੀ ਗੱਲ ਦੇ ਵਿੱਚ। ਦੇਖੋ, ਬੰਦੇ ਨੂੰ ਜਦੋਂ ਗੱਲ ਸਮਝ ਨਾ ਆਵੇ ਫਿਰ ਉਹਨੂੰ ਪਤਾ ਨਹੀਂ ਲੱਗਦਾ ਹੁੰਦਾ ਮੈਂ ਕਿਹਨੂੰ ਗੁਰੂ ਧਾਰਨ ਕਰਾਂ। ਆਕਾਸ਼ਬਾਣੀ ਕਹਿੰਦੀ ਜੋ ਕੋਈ ਚਿੱਤ ਨੂੰ ਚੰਗਾ ਲੱਗਦਾ ਉਹਨੂੰ ਗੁਰਦੇਵ ਧਾਰਨ ਕਰਨਾ ਚਾਹੀਦਾ। ਤਾਂ ਉਹ ਆਕਾਸ਼ਬਾਣੀ ਦੀਆਂ ਜਿਹੜੀਆਂ ਗੱਲਾਂ ਸੀ ਇੱਕ ਰਮਜ ਦੇ ਵਿੱਚ ਸੀਗੀਆਂ। ਦੱਤਾਤਰੇय ਨੂੰ ਪਤਾ ਨਹੀਂ ਸੀ ਲੱਗ ਰਿਹਾ ਮੈਂ ਗੁਰੂ ਕਿਹਨੂੰ ਧਾਰਨ ਕਰਾਂ, ਕਿਹਦੀ ਸੇਵਾ ਕਰਾਂ, ਫਿਰ ਗੁਰੂ ਪ੍ਰਸੰਨ ਹੋਵੇਗਾ, ਫਿਰ ਵਰਦਾਨ ਮਿਲੂਗਾ। ਇਸ ਤਰ੍ਹਾਂ ਨਾ ਉਹ ਫਿਰ ਕਹਿਣ ਲੱਗੇ ਵੀ ਕਿਹੜਾ ਗੁਰਦੇਵ ਮੇਰਾ ਹੋਵੇਗਾ। ਦੱਤਾਤਰੇय ਫਿਰ ਜੰਗਲ ਦੇ ਵਿੱਚ ਚਲਿਆ ਗਿਆ। ਜੰਗਲ ਵਿੱਚ ਜਾ ਕੇ ਘੋਰ ਕਾਨਨ ਮੈਂ ਕਰੀ, ਤਪਸਾ ਅਨੇਕ ਪ੍ਰਕਾਰ, ਜਾ ਕੇ ਤਪ ਕੀਤਾ। ਇੱਕ ਚਿੱਤ ਹੋ ਕੇ ਮੰਤਰ ਜਪਿਆ, ਬਹੁਤ ਕਸ਼ਟ ਝੱਲਿਆ। ਕਸ਼ਟ ਕਹਿ ਜਬ ਹੀ ਕੀਆ ਤਬ ਘੋਰ ਬਰਖ ਪ੍ਰਮਾਣ, ਬੁੱਧ ਕੋ ਬਰ ਦੇਤ ਪੈ ਤਬ ਆਨ ਬੁੱਧ ਨਿਧਾਨ। ਫਿਰ ਬੁੱਧ ਨਿਧਾਨ ਨੇ ਆ ਕੇ ਬੁੱਧੀ ਦਾ ਵਰ ਦੇ ਦਿੱਤਾ। ਜਦੋਂ ਅਕਲ ਆ ਗਈ, ਜਦੋਂ ਸਮਝ ਆ ਗਈ, ਪ੍ਰਥਮ ਅਕਾਲ ਗੁਰੂ ਕੀ। ਦੱਤਾਤਰੇय ਨੇ ਕੀ ਕੀਤਾ, ਸਭ ਤੋਂ ਪਹਿਲਾਂ ਅਕਾਲ ਪੁਰਖ ਨੂੰ ਆਪਣਾ ਪਹਿਲਾ ਗੁਰੂ ਧਾਰਨ ਕੀਤਾ। ਅਕਾਲ ਪੁਰਖ ਹਰ ਦਿਸ਼ਾ ਹਰ ਥਾਂ 'ਚ ਵਸਦਾ। ਅੰਡਜ, ਆਂਡਿਆਂ 'ਚੋਂ ਜੀਵ ਪੈਦਾ ਹੁੰਦੇ ਆ। ਜੇਰਜ, ਜਿਹੜੇ ਜੇਰ 'ਚੋਂ ਪੈਦਾ ਹੁੰਦੇ ਆ। ਸੇਤਜ, ਜਿਹੜੇ ਮੁੜਕੇ ਤੋਂ ਜੂਆਂ ਸਾਰਾ ਕੁਝ ਪੈਦਾ ਹੁੰਦਾ। ਉਤਪੁਜ, ਧਰਤੀ 'ਚੋਂ ਜੋ ਪੈਦਾ ਹੁੰਦਾ, ਸਾਰੇ ਰੱਬ ਨੇ ਬਣਾਏ ਆ। ਵਾਹਿਗੁਰੂ ਨੇ ਜੋ ਵੀ ਸਾਜਿਆ ਤੇ ਉਹ ਆਪਣੀ ਹੁਕਮ ਮਰਿਆਦਾ ਵਿੱਚ ਸਾਜਿਆ। ਮੁਨੀ ਜੀ ਨੇ ਪਰਮਾਤਮਾ ਨੂੰ ਆਪਣਾ ਪਹਿਲਾ ਗੁਰੂ ਮੰਨਿਆ। ਇਤ ਅਕਾਲ ਗੁਰੂ ਪ੍ਰਥਮ ਸਮਾਪਤਮ। ਇੱਥੇ ਜੋ ਦੱਤਾਤਰੇय ਸ਼ਿਵ ਜੀ ਦੇ ਉਪ ਅਵਤਾਰ ਹੋਏ ਆ ਨਾ, ਰਿਖੀ ਜੀ ਦੇ ਘਰ ਅਨਸੂਆ ਤੋਂ ਪੈਦਾ ਹੋਏ, ਉਹਨਾਂ ਨੇ ਫਿਰ ਅਕਾਲ ਪੁਰਖ ਨੂੰ ਹੀ ਗੁਰੂ ਮੰਨਿਆ ਤੇ ਫਿਰ ਮੁਕਤੀ ਪਾਈ ਆ ਜੀ। ਤਾਂ ਇਹ ਜਿਹੜੇ ਭਾਵ ਅਰਥ ਆ ਮੈਂ ਤੁਹਾਨੂੰ ਦੱਸਦਾ। ਸ਼ਿਵ ਜੀ ਅਵਤਾਰ ਵਿੱਚ ਗੁਰੂ ਜੀ ਕੀ ਦੱਸਦੇ ਆ ਕਿ ਸ਼ਿਵ ਜੀ ਅਕਾਲ ਪੁਰਖ ਦੇ ਸਾਹਮਣੇ ਆਪਣੇ ਆਪ ਦੇ ਵਿੱਚ ਬਹੁਤ ਕੁਝ ਹੋਵੇਗਾ, ਪਰ ਅਕਾਲ ਪੁਰਖ ਦੇ ਸਾਹਮਣੇ ਕੁਝ ਵੀ ਨਹੀਂ। ਜਦੋਂ ਸ਼ਿਵ ਜੀ ਨੇ ਅਕਾਲ ਪੁਰਖ ਦੀ ਘੋਰ ਤਪੱਸਿਆ ਕੀਤੀ ਆ ਤਾਂ ਉਹਨਾਂ ਦੇ ਮਨ ਵਿੱਚ ਮਾਣ ਹੋ ਗਿਆ ਵੀ ਮੇਰੇ ਵਰਗਾ ਕੋਈ ਤਪੱਸਵੀ ਨਹੀਂ। ਅਕਾਲ ਪੁਰਖ ਜੀ ਨੇ ਆਖਿਆ ਵੀ ਇਹਨਾਂ ਨੂੰ ਸਿੱਖਿਆ ਦਈਏ, ਸਮਝਾਈਏ। ਉਹਨਾਂ ਨੇ ਆਦੇਸ਼ ਕੀਤਾ ਵੀ ਤੇਰਾ ਹੁਣ ਉਧਾਰ ਨਹੀਂ ਹੋ ਸਕਦਾ। ਜੇ ਤੂੰ ਚਾਹੁੰਦਾ ਤੇਰਾ ਉਧਾਰ ਹੋਵੇ, ਧਰਤੀ 'ਤੇ ਜਾ ਕੇ ਜਨਮ ਧਾਰਨ ਕਰ। ਸ਼ਿਵ ਜੀ ਨੇ ਹੱਥ ਜੋੜਿਆ, ਰੱਬ ਦਾ ਹੁਕਮ ਮੰਨਿਆ। ਦੱਤਾਤਰੇय ਦੇ ਰੂਪ ਵਿੱਚ ਉਪ ਅਵਤਾਰ ਬਣ ਕੇ ਆਏ ਆ। ਗੁਰੂ ਸਾਹਿਬ ਦੱਤਾਤਰੇय ਦੀ ਬਹੁਤ ਉਪਮਾ ਕਰਦੇ ਆ, ਕਿਉਂਕਿ ਦੱਤਾਤਰੇय ਅਕਾਲ ਪੁਰਖ ਦੀ ਰਜਾ 'ਚ ਰਿਹਾ। ਤਪੱਸਿਆ ਕੀਤੀ, ਆਕਾਸ਼ਬਾਣੀ ਹੋਈ, ਫਿਰ ਉਹਨੇ ਗੁਰੂ ਧਾਰਨ ਕੀਤਾ। ਪਤਾ ਨਹੀਂ ਸੀ ਲੱਗਦਾ ਕਿਹਨੂੰ ਗੁਰੂ ਧਾਰਨ ਕਰਾਂ। ਪਹਿਲਾ ਗੁਰੂ ਅਕਾਲ ਪੁਰਖ ਨੂੰ ਮੰਨਿਆ ਹੈ। ਇਸ ਕਰਕੇ ਭਾਈ ਵਾਹਿਗੁਰੂ ਪਰਮੇਸ਼ਰ ਜਿਹੜਾ ਸਦੀਵੀ ਆ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਸਰਬ ਵਿਆਪਕ ਗੁਰੂ ਆ। ਸਾਨੂੰ ਭਾਈ ਸਾਰਿਆਂ ਨੂੰ ਅਕਾਲ ਪੁਰਖ ਦੇ ਲੜ ਲੱਗਣਾ ਚਾਹੀਦਾ। ਦੇਵੀ ਦੇਵਤਿਆਂ ਕੋਲ ਆਪਣੀ ਕਲਾ ਹੁੰਦੀ ਆ, ਆਪਣੀ ਹੀ ਇਹਨਾਂ ਕੋਲ ਇੱਕ ਆਪਾਂ ਕਹਿ ਸਕਦੇ ਹਾਂ ਸਾਰੀ ਸ਼ਕਤੀ ਹੁੰਦੀ ਆ, ਵਰਦਾਨ ਮਿਲੇ ਹੁੰਦੇ ਆ। ਉਹ ਗੱਲਾਂ ਵੱਖਰੀਆਂ ਨੇ, ਪਰ ਅਕਾਲ ਪੁਰਖ ਤੋਂ ਵੱਡਾ ਕੋਈ ਨਹੀਂ ਹੋ ਸਕਦਾ। ਗੁਰੂ ਮਹਾਰਾਜ ਜੀ ਰਹਿਮਤਾਂ ਕਰਨ। ਇਹ ਕਥਾ ਵਿਚਾਰ ਸੀਗੀ ਜਿਹੜੀ ਇਹ ਦੱਤਾਤਰੇय ਜੀ ਦੀ ਸੀਗੀ, ਸ਼ਿਵ ਜੀ ਦੇ ਉਪ ਅਵਤਾਰ ਦੀ ਸੀਗੀ। ਮਹਾਰਾਜ ਨੇ ਜਿਸ ਤਰ੍ਹਾਂ ਦਸਮ ਗ੍ਰੰਥ ਵਿੱਚ ਕਹੀ ਆ, ਮੈਂ ਉਸੇ ਤਰ੍ਹਾਂ ਹੀ ਆਪ ਜੀ ਨੂੰ ਇਹ ਸਰਵਣ ਕਰਵਾਈ ਆ। ਗੁਰੂ ਮਹਾਰਾਜ ਮਿਹਰਮਤ ਕਰਨ। ਕੀਤੀ ਵਿਚਾਰ ਹਿਰਦਿਆਂ 'ਚ ਵਸੇ, ਸ਼ਬਦਾਂ ਦੀ ਕਮਾਈ ਕਰਕੇ ਉੱਚੇ ਸੁੱਚੇ ਜੀਵਨ ਵਾਲੇ ਬਣ ਜਾਈਏ ਭਾਈ। ਅਸੀਂ ਵੀ ਅੰਮ੍ਰਿਤ ਛਕੀਏ, ਸਿੰਘ ਸਜੀਏ, ਗੁਰੂ ਵਾਲੇ ਬਣ ਜਾਈਏ। ਕਿਉਂਕਿ ਅੱਜ ਦਾ ਜਿਹੜਾ ਨੌਜਵਾਨ ਆ ਉਹ ਕੇਸ ਕਤਲ ਵੱਡੀ ਗਿਣਤੀ 'ਚ ਕਰਵਾ ਰਿਹਾ। ਅਸੀਂ ਟੌਰਾਂ ਬਣਾਉਂਦੇ ਆਪਦੀਆਂ ਵੀ, ਅਸੀਂ ਦਾੜੀ ਕੱਟ ਕੇ, ਕਈ ਕੇਸ ਰੱਖ ਲੈਂਦੇ ਆ, ਦਾੜੀ ਕੱਟ ਦਿੰਦੇ ਆ। ਖੇਡ ਬਣਾਈ ਹੋਈ ਆ ਭਾਈ, ਸਾਬਤ ਸੂਰਤ ਬਣਨਾ। ਕੇਸ ਰੱਖ ਲਏ, ਦਾੜੀ ਕਟਾ ਦਿੱਤੀ, ਅੱਧੀ ਗੱਲ ਗੁਰੂ ਦੀ ਮੰਨ ਲਈ, ਅੱਧੀ ਮੈਂ ਛੱਡ ਦਿੱਤੀ। ਕਿਵੇਂ ਭਾਈ ਮੈਂ ਖੁਸ਼ੀਆਂ ਪਾਲਾਂਗਾ, ਕਿਵੇਂ ਗੁਰੂ ਦੀਆਂ ਖੁਸ਼ੀਆਂ ਲੈ ਲਾਂਗਾ। ਤਾਂ ਇਹ ਅਵਤਾਰਾਂ ਦੀ ਕਥਾ ਪੜ੍ਹ ਕੇ ਆਪਾਂ ਛੱਡਣੀ ਨਹੀਂ, ਆਪਾਂ ਸਿੱਖਿਆ ਲੈ ਕੇ ਜਾਣੀ ਆ ਭਾਈ। ਵੱਧ ਤੋਂ ਵੱਧ ਸਿੱਖੀ ਵਿੱਚ ਪਰਪੱਕ ਰਹੋ। ਮਹਾਰਾਜ ਕਹਿੰਦੇ ਰਹਿਤ ਪਿਆਰੀ ਮੁਝਕੋ ਸਿੱਖ ਪਿਆਰਾ, ਨਾਹੇ ਰਹਿਤ ਬਿਨਾ ਸਿੱਖ ਨਾਹੇ ਕਹਾਵੇ, ਰਹਿਤ ਬਿਨਾ ਦਰ ਚੋਟਾਂ ਖਾਵੇ। ਤਾਂ ਰਹਿਤ ਤੋਂ ਬਿਨਾ ਸਿੱਖ ਕਾਹਦੇ ਅਸੀਂ? ਤਾਂ ਰਹਿਤ ਮਰਿਆਦਾ ਵਿੱਚ ਆਓ ਭਾਈ,
ਗੁਰੂ ਮਹਾਰਾਜ ਮਿਹਰਮਤ ਕਰਨ। ਸਤਿਗੁਰੂ ਮਹਾਰਾਜ ਸਾਰਿਆਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ। ਤਾਂ ਗੁਰੂ ਮਹਾਰਾਜ ਜੀ ਕਹਿ ਦਿੰਦੇ ਆ, ਬ੍ਰਹਮਾ ਵਿਸ਼ਨ ਮਹਾਦੇਓ ਤ੍ਰੈ ਗੁਣ ਰੋਗੀ ਵਿੱਚ ਹਉਮੈ ਕਾਰ ਕਮਾਈ। ਇਹ ਕੁਝ ਦੇਵਤੇ ਆ ਜਿਨ੍ਹਾਂ ਨੂੰ ਮਾਣ ਹੋ ਗਿਆ ਸੀਗਾ, ਤਾਂ ਉਹਨਾਂ ਨੂੰ ਭਾਈ ਇਹ ਮਾਣ ਹੋਣਾ ਇੱਕ ਸੁਭਾਵਿਕ ਜੀ ਗੱਲ ਹੋ ਜਾਂਦੀ ਆ। ਤੇ ਮਾਣ ਹੋਣ ਤੋਂ ਬਾਅਦ ਉਹਨਾਂ ਨੇ ਪਛਤਾਤਾਪ ਕੀਤਾ। ਉਹਨਾਂ ਨੇ ਫਿਰ ਆਪਣੀ ਮੁਕਤੀ ਲਈ ਅਕਾਲ ਪੁਰਖ ਦੀ ਆਰਾਧਨਾ ਕੀਤੀ ਆ। ਅਸੀਂ ਵੀ ਜੇ ਜੀਵਨ ਮੁਕਤ ਹੋਣਾ ਚਾਹੁੰਦੇ ਆ, ਸਾਨੂੰ ਵੀ ਸੱਚੇ ਗੁਰੂ ਦੇ ਲੜ ਲੱਗਣਾ ਪਵੇਗਾ। ਸੱਚੇ ਗੁਰੂ ਕੌਣ ਆ? ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਹਜ਼ੂਰ ਸਾਹਿਬ ਦੀ ਧਰਤੀ ਤੇ ਮਹਾਰਾਜ ਕਹਿ ਗਏ ਆ, ਗੁਰੂ ਮਾਨਿਓ ਗ੍ਰੰਥ। ਆਪਣੇ ਗੁਰੂ ਨੂੰ ਛੱਡ ਕੇ ਆਪਾਂ ਹੋਰ ਕਿਤੇ ਵੀ ਨਹੀਂ ਜਾਣਾ। ਇਹ ਵੱਡੀ ਸਿੱਖਿਆ ਸਾਨੂੰ ਮਿਲੀ ਆ, ਪੱਲੇ ਬੰਨ੍ਹ ਕੇ ਲੈ ਕੇ ਜਾਣੀ ਆ। ਤੇ ਅਕਾਲ ਪੁਰਖ ਤੋਂ ਵੱਡਾ ਕੋਈ ਵੀ ਨਹੀਂ ਹੋ ਸਕਦਾ। ਹਾਂ, ਦੇਵੀ ਦੇਵਤੇ ਹੈਗੇ ਆ, ਸਭ ਕੁਝ ਹੈ ਜੋ ਮਹਾਰਾਜ ਨੇ ਨਾਂ ਲੈ ਦਿੱਤਾ। ਉਹਨਾਂ 'ਚ ਕਲਾ ਵੀ ਹੈ, ਸ਼ਕਤੀ ਵੀ ਆ, ਪਰ ਰੱਬ ਤੋਂ ਵੱਡਾ ਕੋਈ ਨਹੀਂ। ਗੁਰਬਾਣੀ ਦੇ ਆਸ਼ੇ ਅਨੁਸਾਰ ਮੈਂ ਜੋ ਕਿਹਾ ਆਪ ਜੀ ਨੂੰ, ਤੇ ਇਹਨੂੰ ਭਾਈ ਕਬੂਲ ਕਰੋ। ਆਪ ਖੋਜੋ, ਆਪ ਖੋਜ ਮਿਲੇ ਕਬੀਰਾ। ਮੇਰੇ ਤੋਂ ਬੋਲਦਿਆਂ ਤੋਂ ਇੱਕ ਨਹੀਂ ਬਹੁਤ ਭੁੱਲਾਂ ਹੋ ਗਈਆਂ। ਆਪ ਜੀ ਨੇ ਸਮੇਂ 'ਚੋਂ ਸਮਾਂ ਕੱਢ ਕੇ ਇਹ ਸਾਰੀ ਵਿਚਾਰ ਸਰਵਣ ਕੀਤੀ ਆ। ਕਈ ਵਾਰੀ ਭਾਵੁਕ ਹੋ ਕੇ ਕੋਈ ਗੱਲਾਂ ਕਹੀਆਂ ਜਾਂਦੀਆਂ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ, ਤੇ ਇਹ ਹੋਈਆਂ ਭੁੱਲਾਂ ਦੀ ਮੈਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਮਾਫੀ ਦੇਣ, ਬਖਸ਼ਿਸ਼ ਕਰਨ। ਆਓ ਆਪਾਂ ਹੁਣ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰੀਏ, ਗੁਰੂ ਦੇ ਸਿੰਘ ਸਜੀਏ। ਤੇ ਨਾਮ ਦੇ ਪਿੱਛੇ ਜੇ ਸਿੰਘ ਲੱਗਾ, ਕੌਰ ਲੱਗਾ, ਧੀਆਂ ਦੇ, ਭੈਣਾਂ ਦੇ, ਤਾਂ ਉਹ ਸਰੂਪ ਵੀ ਆਪਾਂ ਧਾਰਨ ਕਰੀਏ। ਕੱਲਾ ਨਾਮ ਦੇ ਪਿੱਛੇ ਸਿੰਘ ਜਾਂ ਕੌਰ ਹੀ ਨਾ ਲਾਈਏ, ਗੁਰੂ ਵਾਲੇ ਬਣੀਏ। ਭਾਈ ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।